स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखदा। बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ जी। भास्कर साहब, पात्र साहब ਦੀਆਂ ਕੁਝ ਸਤਰਾਂ ਮੇਰੇ ਵਾਹ ਕਰੀਬ ਆ, ਦਿਲ ਦੇ ਕਰੀਬ ਜਿਹਨੂੰ ਕਹਿੰਦੇ ਹੁੰਦੇ ਨਾ, ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ, ਉਸ ਦੀਆਂ ਗੱਲਾਂ ਸੁਣੋ ਕਿ ਰੰਗ ਕੀ ਰੌਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ। ਅਕਸਰ ਇਹ ਲਫ਼ਜ਼ ਟੁੰਬਦੇ ਵੀ ਨੇ ਤੇ ਤੁਹਾਡੇ ਸਾਹਮਣੇ ਆਣ ਕੇ ਖੜੇ ਵੀ ਹੋ ਜਾਂਦੇ। ਅੱਜ ਇੱਕ ਖਬਰ ਸੀ, ਇਰੀਗੇਸ਼ਨ ਸਕੈਮ ਪੁਰਾਣਾ ਹੈ, 1000 ਕਰੋੜ 1200 ਕਰੋੜ ਕਿੱਥੋਂ ਘੁੰਮਦਾ ਘਮਾਉਂਦਾ, ਕਦੇ 300 ਕਦੇ 200। ਉਹਦੇ ਸਬੰਧ ਦੇ ਵਿੱਚ ਹਾਈ ਕੋਰਟ 'ਚ ਜਦੋਂ ਸੁਣਵਾਈ ਹੁੰਦੀ ਹੈ ਤੇ ਪਟੀਸ਼ਨ ਕਰਤਾ ਇਹ ਕਹਿੰਦਾ ਹੈ ਵੀ ਇੱਥੇ ਤਾਂ ਪੂਣੀ ਨਹੀਂ ਕੱਤ ਰਹੇ, ਇਹ ਤਾਂ ਅੱਗੇ ਹੀ ਨਹੀਂ ਵੱਧ ਰਹੇ, ਉੱਥੇ ਹੀ ਖੜੇ ਨੇ, ਕਿਉਂ ਨਾ ਇਹ ਜਾਂਚ ਸੀਬੀਆਈ ਦੇ ਹਵਾਲੇ ਕਰ ਦਈਏ, ਵਿਜੀਲੈਂਸ ਤਾਂ ਕੁਝ ਨਹੀਂ ਕਰ ਰਹੀ। ਤਾਂ ਫਿਰ ਸਰਕਾਰ ਦਾ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਵਾਲਾ ਦਾਵਾ ਮੈਨੂੰ ਮੁਸ਼ਕ ਕਪੂਰ ਹੁੰਦਾ ਲੱਗਦਾ ਹੈ, ਮੈਨੂੰ ਕਿਤੇ ਖੁਰ ਗਿਆ ਲੱਗਦਾ। ਸੋ ਇਹ ਉਵੇਂ ਹੀ ਨਾ ਪਾਤਰ ਸਾਹਿਬ ਦੀਆਂ ਸਤਰਾਂ ਵਾਂਗ ਹੀ ਹੈ। ਦੂਜੇ ਬੰਨੇ ਜਦੋਂ ਅਸੀਂ ਨਾਲ ਹੀ ਦਿੱਲੀ ਦੇ ਵਿੱਚ ਐਕਸਾਈਜ਼ ਮਾਮਲੇ 'ਚ ਚੱਲੇ ਰੌਲਿਆਂ ਦਾ ਜ਼ਿਕਰ ਕਰਦੇ ਹਾਂ, ਤਾਂ ਅਮਨਦੀਪ ਸਿੰਘ ਢੱਲ ਆਪਣੇ ਆਪ ਨੂੰ ਬਾਹਰ ਕੱਢਣ ਲਈ ਜੇ ਕਿਸੇ ਈਡੀ ਦੇ ਅਧਿਕਾਰੀ ਨਾਲ ਹੀ ਜਮਾ ਜੋੜ ਕਰਦੇ ਦਿਸਦੇ ਆ, ਤਾਂ ਇਹਦੇ ਵਿੱਚ ਕਿਹਨੂੰ ਕਿਹੜੇ ਖਾਨੇ 'ਚ ਰੱਖੀਏ? ਦੋਸ਼ੀ ਅਮਨਦੀਪ ਢੱਲ ਨੇ, ਈਡੀ ਅਧਿਕਾਰੀ ਨੇ, ਕੌਣ ਨੇ? ਹੁਣ ਸੀਬੀਆਈ ਨੇ ਈਡੀ ਦੇ ਅਧਿਕਾਰੀ ਖਿਲਾਫ ਕਰਪਸ਼ਨ ਜਾਂ ਰਿਸ਼ਵਤ ਲੈਣ ਦੇ ਦੋਸ਼ ਥੱਲੇ ਕਰਤੀ FIR ਦਰਜ, ਪਰ ਕੀ ਅਮਨਦੀਪ ਢੱਲ ਜਿਹੜੇ ਦੋਵਾਂ ਥਾਵਾਂ ਤੇ ਹੀ ਲਿਕਰ ਕਾਰੋਬਾਰ 'ਚ ਸ਼ਾਮਲ ਸੀਗੇ, ਹੁਣ ਜੇਕਰ ਇਹਨਾਂ ਮਾਮਲਿਆਂ 'ਚ ਜਾਂਚ ਅੱਗੇ ਵਧੂਗੀ, ਪੰਜਾਬ ਦਾ ਵੀ ਨੰਬਰ ਆਊਗਾ? ਪੰਜਾਬ ਦੇ ਅਧਿਕਾਰੀਆਂ ਦੇ ਅੰਦਰ ਇੱਕ ਵਾਰੀ ਫਿਰ ਝੁੰਝਣੀ ਛਿੜਨ ਵਾਲੀ ਹੈ ਕਿ ਕੋਈ ਪੋਲੀਟੀਸ਼ੀਅਨ ਵੀ ਟੰਗੇ ਜਾਣਗੇ, ਕਿਉਂਕਿ ਉੱਪਰਲੀ ਤੇ ਥੱਲੇ ਦੀ ਸੱਤਾ 'ਚ ਸਭ ਸੁਖਾਵਾਂਪਣ ਤਾਂ ਹੈ ਨਹੀਂ। ਚਲੋ ਆਪਾਂ ਅੱਗੇ ਵਧਦੇ ਹਾਂ। ਗੱਠਜੋੜ ਇੰਡੀਆ ਨਾਂ ਦਾ, ਉਹਨੇ 2 ਦਿਨ ਬਾਅਦ ਇਕੱਠੇ ਹੋਣਾ, ਜੁੜ ਬੈਠਣਾ ਹੈ, ਤੇ ਉਹਦੇ ਵਿੱਚ ਕਾਫੀ ਨਵੀਆਂ ਚੀਜ਼ਾਂ ਨੇ। ਉਹਦੇ ਨਾਲ ਤੁਹਾਡੀ ਸਾਂਝ ਭਾਸਕਰ ਸਾਹਿਬ ਪਾਉਂਦੇ ਨੇ। ਪੰਚਾਇਤਾਂ ਦੇ ਮਾਮਲੇ 'ਚ ਕੱਲ ਜਿਹੜੀ ਸੁਣਵਾਈ ਹੋਈ, ਉਹਦੇ 'ਚ ਸਰਕਾਰ ਨੂੰ ਕਾਫੀ ਮੁਸ਼ਕਲ ਹਾਲਾਤ ਦਾ ਸਾਹਮਣਾ ਹੈ, ਤੇ ਨਾਲ ਹੀ ਕੋਟਕਪੂਰਾ ਮਾਮਲੇ ਦੇ ਵਿੱਚ ਕੱਲ ਜਦੋਂ ਸੁਣਵਾਈ ਹੁੰਦੀ ਹੈ, ਕੁਝ ਦਸਤਾਵੇਜ਼ੀ ਸਬੂਤਾਂ ਦਾ ਜ਼ਿਕਰ ਹੋ ਰਿਹਾ ਕਿ ਇਸ ਨਵੀਂ ਚਾਰਜ ਸ਼ੀਟ ਦੇ ਨਾਲ ਜਿਹੜੇ ਦਸਤਾਵੇਜ਼ ਲਾਏ ਗਏ ਆ, ਉਹਨਾਂ ਹਾਈ ਪ੍ਰੋਫਾਈਲ ਮੁਲਜ਼ਮ ਬਣਾਏ ਗਏ ਲੋਕਾਂ ਦੇ ਖਿਲਾਫ ਨਵੇਂ ਐਵੀਡੈਂਸ ਹੈ। ਔਰ ਕੱਲ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਇੰਟਰਵਿਊ ਦੇ ਵਿੱਚ ਵੀ ਜ਼ਿਕਰ ਕੁਝ ਕਰ ਰਹੇ ਸੀ, ਉਹਦਾ ਵੀ ਹਵਾਲਾ ਦਿੰਨੇ ਆ। ਔਰ ਇੱਕ ਹੋਰ ਮਾਮਲਾ, ਕੁਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਦੀ ਪੁਲਿਸ ਦੇ ਉੱਤੇ ਨੈਕਸਸ ਦਾ ਦੋਸ਼ ਲਾ ਰਹੇ ਸੀਗੇ। ਕੁਝ ਜਥੇਬੰਦੀਆਂ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਵੀ ਖੜੀਆਂ ਹੋਈਆਂ ਨੇ, ਤੇ ਆਖਰ ਦੇ ਵਿੱਚ ਚੱਲਾਂਗੇ ਕੇਂਦਰ ਨੇ ਕੁਝ ਢਿੱਲ ਦਿੱਤੀ ਆ ਕਿ ਨਿਯਮਾਂ 'ਚ ਮੁਆਵਜ਼ਾ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੋਈ ਨਵੇਕਲਾ ਫੈਸਲਾ ਵੀ ਕੀਤਾ ਕਿ ਨਹੀਂ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਦੋਂ ਸਿੰਚਾਈ ਘੁਟਾਲੇ ਦਾ ਜ਼ਿਕਰ ਆਉਂਦਾ, ਇਰੀਗੇਸ਼ਨ ਸਕੈਮ ਦਾ, ਤਾਂ ਫਿਰ ਇੰਜ ਲੱਗਦਾ ਕਿ ਇੱਥੇ ਕੁਝ ਵੀ ਨਹੀਂ ਹੁੰਦਾ, ਜੋ ਕੁਝ ਸਭ ਜਾਂਚ ਦੇ ਨਾਂ ਥੱਲੇ ਸਾਲ ਦਰ ਸਾਲ ਤੁਰਦਾ ਰਹਿੰਦਾ। ਹੁਣ ਨਵੀਂ ਡਿਵੈਲਪਮੈਂਟ ਕੀ ਆ, ਦੱਸਿਓ ਜ਼ਰਾ। ਰੰਧਾਵਾ ਸਾਹਿਬ, ਇਸ ਕੇਸ ਦੇ ਵਿੱਚ ਦੇਖੋ 2017 ਦੀ FIR ਮਤਲਬ ਇਹ ਕੇਸ ਦਰਜ ਹੋਇਆ ਪਿਆ, ਜਿਹੜਾ ਅੱਜ ਅਸੀਂ 2023 ਚ ਖੜੇ, ਯਾਨੀ 6 ਸਾਲ ਹੋ ਗਏ ਆ, ਔਰ ਇਹ ਲਟਕੀ ਜਾ ਰਿਹਾ। ਹੁਣ ਤੁਸੀਂ ਬਹੁਤ ਹੈਰਾਨ ਹੋਗੇ ਵੀ ਲਟਕ ਕਿਉਂ ਰਿਹਾ। ਬੜਾ ਇੰਟਰਸਟਿੰਗ ਚੀਜ਼ ਇਹਦੇ ਵਿੱਚ, ਉਹ ਇੱਕ ਚੀਜ਼ ਤਾਂ ਇਹ ਹੈ ਵੀ ਹਾਈ ਕੋਰਟ ਨੇ 2 ਕੇਸ ਇਕੱਠੇ ਕਰਤੇ ਹੈ, ਕਿਉਂਕਿ ਉਹ IAS ਨਾਲ ਸੰਬੰਧਿਤ ਸੀ, ਕਿ ਇਕੱਠੇ ਕਰਤੇ ਹੈ। ਇੱਕ ਕੇਸ ਹੈਗਾ ਹਰਿਆਣੇ ਦੀ ਫਰੀਦਾਬਾਦ ਜਿਹੜਾ ਨਗਰ ਨਿਗਮ ਹੈ, ਉਹਦੀ ਨਗਰ ਨਿਗਮ ਦੀ ਆਯੁਕਤ ਸੀ ਜਿਹੜੀ ਸੋਨਲ ਗੋਇਲ, ਉਹਦੀ ਕੋਈ ਕਰਪਸ਼ਨ ਦਾ ਮਾਮਲਾ ਹੈ। ਔਰ ਦੂਜੇ ਪਾਸੇ ਇਹ, ਮਤਲਬ ਮੈਨੂੰ ਤਾਂ ਕੋਈ ਰੈਲੀਵੈਂਸ ਲੱਗਿਆ ਨਹੀਂ ਵੀ ਦੋਨੋਂ ਕੇਸ ਇਕੱਠੇ ਕਿਉਂ ਸੁਣੇ ਜਾ ਰਹੇ ਹੈ। ਸਿਰਫ ਇਸ ਕਰਕੇ ਕਿ ਉਹ 'ਚ ਵੀ IAS ਇਨਵੋਲਵ ਨੇ ਤੇ ਇਹਦੇ ਵਿੱਚ ਵੀ IAS ਇਨਵੋਲਵ ਨੇ, ਇਸ ਕਰਕੇ ਇਕੱਠੇ ਸੁਣੇ ਜਾ ਰਹੇ ਨੇ। ਪਰ ਅਦਰਵਾਈਜ਼ ਇਹਦੇ 'ਚ ਕੀ ਹੈ, ਹੁਣ ਤੁਸੀਂ ਦੇਖੋ ਵੀ ਪਰਸੋਂ ਜਦੋਂ ਇਹਦੇ ਵਿੱਚ ਸ਼ਨੀਵਾਰ ਨੂੰ ਸੁਣਵਾਈ ਚੱਲ ਰਹੀ ਸੀ, ਤਾਂ ਇਹ ਕਿਹਾ ਗਿਆ ਕਿ ਹਰਿਆਣੇ ਦੇ ਉਹਨਾਂ ਨੇ ਕਿਹਾ ਵੀ ਤੁਸੀਂ ਜੀ ਸਾਨੂੰ ਉਹਦੇ ਨਾਲ ਕਿਉਂ ਅਟਕਾਇਆ ਹੋਇਆ, ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਉਹਨਾਂ ਦੇ ਵਿਜੀਲੈਂਸ ਜਿਹੜਾ ਬਿਊਰੋ ਹੈਗਾ, ਉਹ ਇਸ ਦੇ ਉੱਤੇ ਜਾਂਚ ਬਹੁਤ ਮੱਠੀ ਪਈ ਹੋਈ ਆ। ਉਹ ਕਹਿੰਦੇ ਵੀ ਇਹ 'ਚ ਤਾਂ ਕੁਝ ਹੋ ਨਹੀਂ ਰਿਹਾ, ਤੇ ਤੁਸੀਂ ਇਹਦੇ ਮੁਕਾਬਲੇ ਸਾਡਾ ਵੀ ਰੋਕਿਆ ਹੋਇਆ, ਤੇ ਉਹਨੂੰ ਵੀ ਜਿਹੜੀ ਸਾਡੀ ਵਾਲੀ ਜਿਹੜੀ ਬਿਊਰੋਕਰੇਟ ਹੈ, ਉਹਨੂੰ ਵੀ ਜਿਹੜੀ ਰਾਹਤ ਦਿੱਤੀ ਪਈ ਹੈ ਇਹਦੇ ਨਾਲ ਹੀ ਅਟੈਚ ਕਰਕੇ। ਇਹ ਅਟੈਚ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ। ਉਹ ਕੇਸ ਬਿਲਕੁਲ ਅਲੱਗ ਹੈ, ਇਹ ਕੇਸ ਬਿਲਕੁਲ ਅਲੱਗ ਹੈ। ਸੋ ਇਹ ਬੜੀ ਇਹਦੇ ਵਿੱਚ ਮੈਨੂੰ ਬਹੁਤ ਇੰਟਰਸਟਿੰਗ ਗੱਲ ਲੱਗੀ। ਉਹ ਕਹਿੰਦੇ ਵੀ ਹਰਿਆਣੇ ਦੀ ਜਿਹੜੀ ਵਿਜੀਲੈਂਸ ਹੈਗੀ ਹੈ,
ਉਹਨੇ ਤਾਂ ਦਾਅਵਾ ਕੀਤਾ ਵੀ ਸਾਡੇ ਕੋਲ ਤਾਂ ਪੂਰੇ ਪੁਖਤਾ ਸਬੂਤ ਨੇ, ਅਸੀਂ ਤਾਂ ਹੁਣ ਮਤਲਬ ਉਹਦੇ ਖਿਲਾਫ ਅੱਗੇ ਕੇਸ ਚਲਾ ਸਕਦੇ ਹਾਂ। ਪਰ ਤੁਸੀਂ ਪੰਜਾਬ ਨਾਲ ਜੋੜ ਕੇ ਸਾਡਾ ਕੇਸ ਵੀ ਅੱਗੇ ਪਾਈ ਜਾ ਰਹੇ ਹੋ। ਸੋ 1 ਸਾਲ ਤੋਂ ਕੁਝ ਹੋ ਹੀ ਨਹੀਂ ਰਿਹਾ। ਬਟ ਇਨ ਬਿਟਵੀਨ ਕੀ ਹੋ ਰਿਹਾ ਹੈ? ਇਨ ਬਿਟਵੀਨ ਇੱਕ ਹੋਰ ਲੁਧਿਆਣੇ ਦੇ ਜਿਹੜੇ ਇਹਦੇ ਚ ਇੰਦਰਪ੍ਰੀਤ ਜੀ ਇੱਕ ਸਵਾਲ ਜ਼ਰੂਰ ਸ਼ਾਮਲ, ਜਿਹੜਾ ਤੁਸੀਂ ਖੜਾ ਕੀਤਾ ਸਵਾਲ ਲੋਕਾਂ ਦੇ ਰੂਬਰੂ ਹੋਣ ਵਾਲਾ ਹੈ, ਬਈ ਕੀ ਇਹ ਲੋਕ ਇੰਨੇ ਹਾਈ ਪ੍ਰੋਫਾਈਲ ਨੇ ਕਿ ਪੰਜਾਬ ਦੀ ਵਿਜੀਲੈਂਸ ਵੀ ਇਹਨਾਂ ਦੇ ਮੂਹਰੇ ਬੇਵਸ ਹੋ ਗਈ ਹੈ? ਇੱਕ ਸਵਾਲ। ਜਦੋਂ ਹਰਿਆਣੇ ਵਾਲੇ ਕਹਿ ਰਹੇ ਨੇ ਕਿ ਪੰਜਾਬ ਦੀ ਵਿਜੀਲੈਂਸ ਜੇ ਕੁਝ ਨਹੀਂ ਇਹਦੇ ਚ ਕਰ ਰਹੀ ਤਾਂ ਸਾਡੇ ਕੇਸ ਨੂੰ ਡਿਲੇ ਕਿਉਂ ਕੀਤਾ ਜਾ ਰਿਹਾ ਇਹਦੇ ਨਾਲ ਸ਼ਾਮਲ ਕਰਕੇ? ਇਹਦਾ ਮਤਲਬ ਹੈ ਕਿ ਕੀ ਵਿਜੀਲੈਂਸ ਦੇ ਉੱਤੇ ਕੋਈ ਦਬਾਅ ਹੈ? ਕੀ ਸਰਕਾਰ ਵੱਲੋਂ ਉਹਨੂੰ ਗੋ ਸਲੋ ਵਾਲਾ ਨਿਰਦੇਸ਼ ਦਿੱਤਾ ਗਿਆ? ਕੀ ਵਿਜੀਲੈਂਸ ਇਹਦੇ ਵਿੱਚ ਕਿਸੇ ਜਗ੍ਹਾ ਤੇ ਜਾ ਕੇ ਦਸਤਾਵੇਜ਼ਾਂ ਜਾਂ ਬਾਕੀ ਕੇਸ ਦੇ ਮਾਮਲੇ 'ਚ ਫਸ ਗਈ ਹੈ? ਕੋਈ ਟੈਕਨੀਕਲ ਐਰਰ ਆ? ਇੱਕ ਤਾਂ ਸਵਾਲ ਇਹ। ਦੂਜੇ ਬੰਨੇ ਪੰਜਾਬ ਗਵਰਨਮੈਂਟ ਦੇ ਕੁਝ ਅਧਿਕਾਰੀਆਂ ਨਾਲ ਜਦੋਂ ਮੈਂ ਗੱਲ ਕਰਦਾ ਜਿਹੜੇ ਸਰਵਿੰਗ ਨੇ, ਉਹਨਾਂ ਚੋਂ ਨਾ ਲੈਣ ਦੀ ਸ਼ਰਤ ਤੇ ਕੁਝ ਲੋਕ ਦੱਬਵੀਂ ਸੁਰ 'ਚ ਗੱਲ ਕਹਿੰਦੇ ਨੇ ਕਿ ਜੇਕਰ ਇਹ ਕੇਸ ਇਸ ਸਟੇਜ ਦੇ ਉੱਤੇ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਨੂੰ ਚਲੇ ਜਾਂਦਾ ਤਾਂ ਇਹਦਾ ਮਤਲਬ ਜੋ ਹੁਣ ਤੱਕ ਹੋਇਆ ਉਹ ਗੁੜ ਗੋਬਰ ਹੋ ਜਾਏਗਾ। ਕੀ ਵਿਧੀਵਤ ਤਰੀਕੇ ਨਾਲ ਇਹ ਕੇਸ ਸੀਬੀਆਈ ਦੇ ਹਵਾਲੇ ਕਰਨ ਲਈ ਕੋਈ ਤਰਕੀਬ ਬਣਾਈ ਜਾ ਰਹੀ ਹੈ? ਇਹ ਸਵਾਲ ਵੀ ਅਹਿਮ ਆ ਕਿਉਂਕਿ ਪਿੱਛੇ ਬੇਅਦਬੀ ਮਾਮਲਿਆਂ 'ਚ ਸੀਬੀਆਈ ਦਾ ਰੋਲ ਅਸੀਂ ਦੇਖ ਹੀ ਚੁੱਕੇ ਹਾਂ। ਪੰਜਾਬ ਗਵਰਨਮੈਂਟ ਬੜੀ ਦੁਖੀ ਹੋ ਕੇ ਫਿਰ ਉਹਨਾਂ ਤੋਂ ਵਾਪਸ ਲੈਂਦੀ ਆ। ਸੋ ਇੰਦਰਪ੍ਰੀਤ ਜੀ, ਇਹ ਲੋਕਾਂ ਦੇ ਜਿਹੜੇ ਸ਼ੰਕੇ ਆ, ਸ਼ੁਬੇ ਆ, ਇਹਨਾਂ ਨੂੰ ਕੌਣ ਦੂਰ ਕਰੂਗਾ? ਕਿ ਪੰਜਾਬ ਗਵਰਨਮੈਂਟ ਇਹਦੇ ਤੇ ਕੋਈ ਹਰਫ ਕਹੂਗੀ? ਜੀ ਤੁਸੀਂ ਹੁਣ ਅੱਗੇ ਗੱਲ ਜਾਰੀ ਰੱਖੋ ਕਿ ਦਿਲਚਸਪ ਤੱਥ ਹੈ ਕਿ ਲੁਧਿਆਣੇ ਤੋਂ ਇੱਕ ਵਿਅਕਤੀ ਇਹਦੇ ਵਿੱਚ ਸ਼ਾਮਲ ਹੋ ਜਾਂਦਾ ਅੱਗੇ। ਹਾਂ, ਮੈਂ ਉਹੀ ਤੁਹਾਨੂੰ ਦੱਸ ਰਹੀ ਸੀ। ਆ ਜਿਹੜਾ ਤੁਹਾਡੇ ਦੂਜਾ ਸਵਾਲ ਸੀ ਉਹਦਾ ਹੀ ਜਵਾਬ ਸੀਗਾ ਕਿ ਲੁਧਿਆਣਾ ਦਾ ਇੱਕ ਹਰਮੀਤ ਸਿੰਘ ਨਾਂ ਦਾ ਬੰਦਾ ਇੱਕ ਜਨਹਿਤ ਯਾਚਕਾ ਦਾਇਰ ਕਰਦਾ ਹੈ ਚੀਫ ਜਸਟਿਸ ਦੇ ਸਾਹਮਣੇ ਕਿ ਜੀ ਇਹ ਕੇਸ 6 ਸਾਲਾਂ ਤੋਂ ਲਟਕੀ ਜਾ ਰਿਹਾ ਹੈ ਤੇ 6 ਸਾਲਾਂ ਤੋਂ ਵਿਜੀਲੈਂਸ ਬਿਊਰੋ ਦੇ ਚ ਕੁਝ ਨਹੀਂ ਕਰ ਰਿਹਾ, ਇਹਦੇ ਚ ਪੂਣੀ ਵੀ ਨਹੀਂ ਕਰਤੀ। ਤਾਂ ਕੀ ਇਹਦੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੀ ਹੈ? ਇਸ ਕਰਕੇ ਇਹਦੀ ਸਾਰੀ ਜਾਂਚ ਜਿਹੜੀ ਹੈ ਉਹ ਸੀਬੀਆਈ ਤੋਂ ਕਰਾਈ ਜਾਏ। ਬਿਲਕੁਲ ਤੁਸੀਂ ਵਾਜਿਬ ਸਵਾਲ ਉਠਾਇਆ ਹੈ ਕਿ ਦੇਖਣ ਨੂੰ ਤਾਂ ਐਂ ਲੱਗਦਾ ਵੀ ਮਤਲਬ ਜਿਹੜਾ ਯਾਚਿਕਾ ਕਰਤਾ ਹੈ ਉਹ ਇਹ ਕਹਿ ਰਿਹਾ ਹੈ ਕਿ ਇਸ ਕੇਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਏ। ਪਰ ਜੇ ਅੱਜ ਦੀ ਤਰੀਕ ਦੇ ਵਿੱਚ ਸੀਬੀਆਈ ਨੂੰ ਹੈਂਡਓਵਰ ਕਰ ਦਿੰਦੀ ਹੈ, ਹਾਈ ਕੋਰਟ ਕਹਿ ਦਿੰਦੀ ਹੈ ਕਿ ਹਾਂ ਜਾਂਚ ਵੀ ਅਸੀਂ ਵਿਜੀਲੈਂਸ ਦੀ ਜਾਂਚ ਤੋਂ ਨਾ ਖੁਸ਼ ਹਾਂ, ਇੰਨੇ ਸਾਲ ਹੋ ਗਏ ਅੱਗੇ ਚੱਲ ਨਹੀਂ ਰਹੇ, ਅਸੀਂ ਇਹ ਕੇਸ ਜਿਹੜਾ ਹੈ ਸੀਬੀਆਈ ਨੂੰ ਦਿੰਦੇ ਹਾਂ, ਤਾਂ ਇਹਦਾ ਮਤਲਬ ਹੈ ਕਿ ਹੋਰ ਇੰਨੇ ਸਾਲ ਨਵੇਂ ਸਿਰੋਂ ਜ਼ੀਰੋ ਤੋਂ ਫਿਰ ਸਟਾਰਟ ਹੋਏਗਾ ਇਹ ਕੇਸ ਤੇ ਜ਼ੀਰੋ ਫਿਰ ਸਟਾਰਟ ਕਰਕੇ ਨਵੇਂ ਸਿਰੇ ਤੋਂ ਸੁਣਵਾਈਆਂ ਉਹਦੀਆਂ ਜਿਹੜੇ ਤੱਥ ਨੇ ਉਹ ਸਾਹਮਣੇ ਲਿਆਉਣ ਦੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਫਿਰ ਉਨਾ ਹੀ ਟਾਈਮ ਲੱਗੂਗਾ। ਸੋ ਇਹ ਦੇਖਣ 'ਚ ਤਾਂ ਇਹ ਲੱਗਦਾ ਹੈ ਉਹਨਾਂ ਨੇ ਜਿਹੜੇ ਯਾਚਿਕਾ 'ਚ ਕਿਹਾ ਹੈ ਕਿ ਨਾ ਕੇਵਲ ਸੀਬੀਆਈ ਨੂੰ ਦੇ ਦਿਓ ਬਲਕਿ ਇਹਦੀ ਨਿਗਰਾਨੀ ਵੀ ਹਾਈ ਕੋਰਟ ਕਰੇ। ਇਹ ਦੇਖਣ 'ਚ ਬੜਾ ਇੰਟਰਸਟਿੰਗ ਲੱਗਦਾ ਵੀ ਹਾਂ ਯਾਚਿਕਾ ਕਰਤਾ ਜਿਹੜਾ ਹੈਗਾ ਉਹ ਇਹ ਚਾਹੁੰਦਾ ਹੈ ਕਿ ਇਸ ਕੇਸ 'ਚ ਸੁਣਵਾਈ ਤੇਜ਼ੀ ਨਾਲ ਹੋਵੇ। ਬਟ ਅੰਦਰ ਦੀ ਗੱਲ ਇਹ ਹੈਗੀ ਹੈ ਕਿ ਇਹ ਕੇਸ ਹੋਰ ਡਿਲੇ ਹੋ ਜਾਏਗਾ। ਮੈਨੂੰ ਲੱਗਦਾ ਕਿ ਇਹ ਕੇਸ ਜੇ ਇਹ ਜਿਹੜੀ ਮਤਲਬ ਤਾੜਨਾ ਕਰਨੀ ਹੈ ਉਹ ਸੀਬੀਆਈ ਜਾਂ ਉਹਨਾਂ ਤੇ ਜਾਣ ਦੀ ਬਜਾਏ ਤਾੜਨਾ ਸਿਰਫ ਔਰ ਸਿਰਫ ਜਿਹੜੀ ਹੈ ਵਿਜੀਲੈਂਸ ਨੂੰ ਕਰਨੀ ਚਾਹੀਦੀ ਹੈ। ਵਿਜੀਲੈਂਸ ਨੂੰ ਕਹਿਣਾ ਚਾਹੀਦਾ ਵੀ ਅਸੀਂ ਡੇ ਟੂ ਡੇ ਸੁਣਵਾਈ ਕਰਾਂਗੇ, ਤੁਸੀਂ ਆਪਣੀ ਇਸ ਦੇ ਉੱਤੇ ਕਾਰਵਾਈ ਤੇਜ਼ ਕਰੋ। ਸੋ ਦੋ ਸਵਾਲ ਹੁਣ ਇਸ ਕੇਸ ਦੇ ਵਿੱਚ ਬਹੁਤ ਅਹਿਮ ਨੇ। ਪਹਿਲੀ ਗੱਲ ਤਾਂ ਇਹ ਤੁਸੀਂ ਇੱਥੇ ਰਹੋ, ਦੋ ਸਵਾਲਾਂ ਤੇ ਹੀ ਰਹੋ, ਯਾਦ ਰੱਖਿਓ ਤੁਸੀਂ ਕਿੱਥੋਂ ਗੱਲ ਸ਼ੁਰੂ ਕਰਨ ਲੱਗੇ। ਮੈਂ ਫਿਰ ਕਲੀਅਰ ਕਰਦਾ ਕਿ ਅਸੀਂ ਪਟੀਸ਼ਨ ਕਰਤਾ ਦੀ ਮਨਸ਼ਾ ਤੇ ਸ਼ੱਕ ਨਹੀਂ ਕਰ ਰਹੇ, ਉਹਦੇ ਮਕਸਦ ਤੇ ਸ਼ੱਕ ਨਹੀਂ ਕਰ ਰਹੇ। ਉਹ ਸੁਹਿਰਦ ਨੇ ਔਰ ਉਹ ਚਾਹੁੰਦੇ ਨੇ ਕਿ ਇਹਦੀ ਜਾਂਚ ਹੋ ਜੇ, ਲੇਕਿਨ ਜਿਹੜੇ ਅੰਦਰਲੇ ਜਾਣਨ ਵਾਲੇ ਲੋਕ ਇਹਨੂੰ ਇਦਾਂ ਇੰਟਰਪ੍ਰੇਟ ਕਰ ਰਹੇ ਆ, ਸਮਝਣ ਦਾ ਯਤਨ ਕਰ ਰਹੇ ਆ ਕਿ ਜੇ ਇਹ ਕੇਸ ਉਧਰ ਚਲੇ ਜਾਂਦਾ ਸ਼ਾਇਦ ਉਹਨਾਂ ਦੀ ਆਪਣੀ ਇੱਛਾ ਬੜੀ ਤੇਜ਼ੀ ਨਾਲ ਇਹਨੂੰ ਟਾਈਮ ਬਾਉਂਡ ਕਰਕੇ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਕਰਾਉਣ ਵਾਲੀ ਬੜੀ ਸ਼ੁੱਧ ਤੇ ਨੇਕ ਹੈ, ਅਸੀਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਪਰ ਕੀ ਇਹੀ ਮੰਗ ਕਿ ਹਾਈ ਕੋਰਟ ਇਹਦੇ ਉੱਤੇ ਆਪਣੀ ਨਿਗਰਾਨੀ ਰੱਖ ਕੇ ਵਿਜੀਲੈਂਸ ਨੂੰ ਟਾਈਮ ਬਾਉਂਡ ਮੈਨਰ ਦੇ ਵਿੱਚ ਇਹ ਅੱਗੇ ਵਧਣ ਲਈ ਕਹਿ ਦੇ? ਮੇਰੇ ਖਿਆਲ ਮੰਗ ਉਹ ਜ਼ਿਆਦਾ ਤਰਕਸੰਗਤ ਬਣਦੀ ਸੀ। ਹੁਣ ਤੁਸੀਂ ਦੋ ਮਸਲੇ ਅੱਗੇ ਜਿਹੜੇ ਕਹਿਣ ਲੱਗੇ ਉਹ ਦੱਸੋ। ਬਿਲਕੁਲ, ਮੈਨੂੰ ਲੱਗਦਾ ਕਿ ਉਹ ਜ਼ਿਆਦਾ ਬੈਟਰ ਤਰੀਕਾ ਹੁੰਦਾ ਅਗਰ ਯਾਚਿਕਾ ਕਰਤਾ ਇਹ ਕਹਿੰਦਾ ਕਿ ਜੀ ਤੁਸੀਂ ਡੇ ਟੂ ਡੇ ਸੁਣਵਾਈ ਕਰੋ ਔਰ ਤੁਸੀਂ ਆਪਣੀ ਨਿਗਰਾਨੀ ਥੱਲੇ ਕਰੋ। ਇਹ ਜਿਹੜੀ ਸੀਬੀਆਈ ਨੂੰ ਦੇਣਾ, ਮੈਨੂੰ ਲੱਗਦਾ ਇਹ ਤਾਂ ਕੇਸ ਲਟਕ ਜਾਏਗਾ। ਮੇਰੀ ਮਤਲਬ ਇਹ ਇੱਕ ਆਸ਼ੰਕਾ ਹੈ ਕਿ ਇਹ ਕੇਸ ਹੋਰ ਲਟਕ ਸਕਦਾ ਹੈ, ਇਹਦੇ ਨਾਲ ਕਿਸੇ ਨੂੰ ਵੀ ਫਾਇਦਾ ਹੋਣ ਵਾਲਾ ਨਹੀਂ ਹੈਗਾ। ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਵੀ ਜਿਹੜਾ ਇੰਟਰਸਟਿੰਗ ਸਵਾਲ ਸੀ ਵੀ ਇਹਨੂੰ ਹਰਿਆਣਾ ਦੇ
ਬਿਊਰੋਕਰੈਟ ਨਾਲ ਜੋੜਿਆ ਕਿਉਂ ਹੋਇਆ? ਉਹਦਾ ਤਾਂ ਕੋਈ ਸੰਬੰਧ ਨਹੀਂ ਇਸ ਕੇਸ ਨਾਲ। ਤੇ ਇਹ ਦੋਨੋਂ ਹੀ ਪਾਸੇ ਮੈਨੂੰ ਲੱਗਦਾ ਹੈ ਕਿ ਜਿਹੜਾ ਨਾ ਤਾਂ ਹਰਿਆਣੇ ਵਾਲੇ ਕੇਸ ਨੂੰ ਸਿਰੇ ਲਗਾਇਆ ਜਾ ਰਿਹਾ, ਨਾ ਇਹ ਵਾਲਾ ਕੇਸ ਸਿਰੇ ਲਗਾਇਆ ਜਾ ਰਿਹਾ। ਸੋ ਪਹਿਲੀ ਗੱਲ ਤਾਂ ਇਹ ਦੋਨੋਂ ਸੈਪਰੇਟ ਕਰਨ ਵਾਲੇ ਮਾਮਲੇ ਹੈ। ਉਹਦੀ ਸੁਣਵਾਈ ਬਿਲਕੁਲ ਅਲੱਗ ਹੋਣੀ ਚਾਹੀਦੀ ਹੈ। ਉਹ ਕੇਸ ਹੀ ਬਿਲਕੁਲ ਅਲੱਗ ਹੈ ਔਰ ਇਹਦੀ ਸੁਣਵਾਈ ਬਿਲਕੁਲ ਅਲੱਗ ਹੋਣੀ ਚਾਹੀਦੀ ਹੈ। ਉਹ ਤ੍ਰਿਪੁਰਾ ਕਾਡਰ ਦੀ ਇੱਕ ਲੇਡੀ ਹਰਿਆਣਾ ਦੇ ਵਿੱਚ ਮਤਲਬ ਕਈ ਸਾਲ ਇੱਥੇ ਰਹੀ ਹੈ ਔਰ ਉਹਦਾ ਕਰਪਸ਼ਨ ਦੇ ਵਿੱਚ ਅਗਰ ਮਾਮਲਾ ਉਹਨਾਂ ਦੀ ਸਰਕਾਰ ਦਾ ਹੈ, ਉਹ ਨਜਿੱਠਣ। ਇਹਦੇ ਪੰਜਾਬ ਦੇ ਨਾਲ ਇਹਦਾ ਕੋਈ ਸੰਬੰਧ ਹੀ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਬਿਊਰੋਕਰੈਟ ਨੇ ਜੇ ਦੋਨੋਂ ਤਾਂ ਆਪਾਂ ਇਕੱਠੇ ਕਰ ਦਈਏ। ਇਹ ਤਾਂ ਬਿਲਕੁਲ ਅਜੀਬੋ ਗਰੀਬ ਮਾਮਲਾ। ਮੈਨੂੰ ਇਹ ਬਿਲਕੁਲ ਸਮਝ ਵੀ ਨਹੀਂ ਆਇਆ ਕਿ ਇਹ ਕੀਤਾ ਕਿਉਂ ਗਿਆ ਹੈ। ਇਹਦੇ ਵਿੱਚ ਸਰਕਾਰ ਨੂੰ ਦਖਲ ਦੇਣ ਦੀ ਲੋੜ ਹੈ। ਪਹਿਲੇ ਚੀਫ ਸੈਕਟਰੀ VK ਜੰਜੂਆ ਨੇ 17A ਤਹਿਤ ਕੁਝ ਅੱਗੇ ਵਧਾਇਆ ਸੀ ਮਾਮਲਾ ਪ੍ਰਵਾਨਗੀਆਂ ਦੇ ਕੇ। ਹੁਣ ਉਹ ਆਪ ਵੀ ਸਫਾਈਆਂ ਦਿੰਦੇ ਫਿਰਦੇ ਆ। ਪਤਾ ਲੱਗਿਆ ਕਿ ਉਹਨਾਂ ਨੂੰ ਵੀ ਅੰਦਰ ਖਾਤੇ ਇੰਜ ਲੱਗਦਾ ਹੈ ਕਿ ਮੇਰੇ ਨਾਲ ਕੁਝ ਅਫਸਰ ਨਾਰਾਜ਼ ਨੇ, ਇਹਨਾਂ ਚੀਜ਼ਾਂ ਕਰਕੇ ਹੀ ਪੁਰਾਣੇ ਅਫਸਰ ਨਵੇਂ ਅਫਸਰ ਮੇਰੇ ਖਿਲਾਫ ਕੋਈ ਚਿੱਠੀ ਪੱਤਰ ਤੁਰਦੇ ਰਹਿੰਦੇ ਆ ਔਰ ਮੈਨੂੰ ਕੋਈ ਨਵਾਂ ਅਹੁਦਾ ਲੈਣ ਦੇ ਵਿੱਚ ਅੜਚਣ ਨਾ ਆਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਰਿਊਮਰਸ ਨੇ ਸੱਤਾ ਦੇ ਗਲਿਆਰਿਆਂ ਦੇ ਵਿੱਚ, ਅਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਪਰ ਸਾਡਾ ਪ੍ਰੋਗਰਾਮ ਹਮੇਸ਼ਾ ਤੱਥਾਂ ਦੇ ਆਧਾਰਿਤ ਹੋਵੇ, ਇਹ ਯਤਨ ਰਹਿੰਦਾ ਹੈ। ਪਰ ਭਾਸਕਰ ਸਾਹਿਬ, ਆਪਾਂ ਇਸ ਗੱਲ ਨੂੰ ਛੱਡ ਦਿੰਦੇ ਹਾਂ ਸਰਕਾਰ ਦੇ ਵਿਵੇਕ ਤੇ ਤੁਸੀਂ ਇੱਥੇ ਇਹ ਕਹਿ ਕੇ ਨਹੀਂ ਕਹਿ ਸਕਦੇ ਵੀ ਇਹ ਤਾਂ ਘਪਲਾ ਪੁਰਾਣੀ ਸਰਕਾਰ ਦਾ, ਛੱਡੋ ਪਰੇ, ਅਸੀਂ ਤੇ ਆਪਣੀ ਗੱਲ ਹੀ ਜ਼ਿੰਮੇਵਾਰ। ਇੰਜ ਨਹੀਂ ਹੁੰਦਾ। ਜੇਕਰ ਤੁਸੀਂ ਕਿਸੇ ਲੌਜੀਕਲ ਐਂਡ ਤੱਕ ਕੋਈ ਕੇਸ ਲਿਜਾਣਾ ਤੇ ਮੈਨੂੰ ਲੱਗਦਾ ਸਭ ਤੋਂ ਨੇੜੇ ਇਹੀ ਆ। ਤੁਸੀਂ ਇਰੀਗੇਸ਼ਨ ਦੇ ਮਾਮਲੇ 'ਚ ਅਸੀਂ ਮੁਆਵਜ਼ੇ ਦਿੰਦੇ ਫਿਰਨ ਲੱਗੇ ਹੁਣ, ਆ ਜਿਹੜੇ ਸਾਡੀਆਂ ਡਰੇਨਾਂ ਨੇ, ਨਹਿਰਾਂ ਨੇ, ਸਾਰਾ ਕੁਝ ਇਹੀ ਤੇ ਮਾਮਲੇ ਸਾਰੇ ਹੋਏ ਨਾ ਇੰਦਰਪ੍ਰੀਤ ਜੀ। ਇਹਨਾਂ ਮਾਮਲਿਆਂ 'ਚ ਅਸੀਂ ਭੁਗਤਿਆ ਨਾ, ਤੇ ਹੁਣ ਤੁਹਾਨੂੰ ਕਿਤੇ ਪੁਰਾਣੇ ਕੇਸ ਇਸ ਮਾਮਲੇ 'ਚ ਅੱਗੇ ਲਿਆਉਣੇ ਪੈਣ ਤਾਂ ਫਿਰ ਤਾਂ ਤੁਹਾਡੇ ਕਹਿਣ ਲਈ ਵੀ ਸੀ ਨਾ ਕਿਆ ਕੁਝ ਹੁੰਦਾ ਰਿਹਾ। ਖੈਰ ਭਾਸਕਰ ਸਾਹਿਬ, ਆਪਾਂ ਐਕਸਾਈਜ਼ ਮਾਮਲੇ ਨੂੰ ਜਦੋਂ ਲੈਂਦੇ ਆ, ਸਾਡੇ ਡਰ ਵੱਡੇ ਹੋ ਜਾਂਦੇ ਆ ਕਿ ਸਾਡੇ ਇੰਨੇ ਇੰਟੈਲੀਜੈਂਟ ਜੀਨੀਅਸ ਅਫਸਰ ਕੱਲ ਨੂੰ ਕਿਤੇ ਪੰਗੇ 'ਚ ਨਾ ਆਉਣ। ਦਿੱਲੀ ਦੀ ਸਾਰੀ ਸਰਕਾਰ ਪੰਗੇ 'ਚ ਆ। ਐਕਸਾਈਜ਼ ਨੀਤੀ ਬਣੀ, ਐਕਸਾਈਜ਼ ਮਾਮਲਾ ਆਇਆ, ਈਡੀ ਤੋਂ ਲੈ CBI ਤੋਂ ਈਡੀ ਤੱਕ, ਈਡੀ ਤੋਂ ਲੈ ਕੇ ਜੇਲ੍ਹਾਂ ਤੱਕ, ਜੇਲ੍ਹਾਂ ਤੋਂ ਲੈ ਕੇ ਅਫਸਰਾਂ ਤੱਕ, ਸਾਰੀਆਂ ਗੱਲਾਂ। ਤੇ ਇਹਦੇ ਵਿੱਚ ਲਿਕਰ ਟ੍ਰੇਡ ਦੇ ਕਾਰੋਬਾਰੀ ਪੰਗੇ 'ਚ ਨੇ। ਜਿਹੜੀ ਨਵੀਂ ਡਿਵੈਲਪਮੈਂਟ ਆ, ਮੈਨੂੰ ਉਹਨੇ ਬਹੁਤ ਦਿਲਚਸਪੀ ਦਿੱਤੀ ਆ। ਦਿਲਚਸਪੀ ਇਸ ਕਰਕੇ ਕਿ ਤੁਸੀਂ ਆਪਣੇ ਆਪ ਨੂੰ ਬਾਹਰ ਕੱਢਣ ਲਈ ਰਿਸ਼ਵਤ ਦੇ ਰਹੇ ਹੋ। ਰਿਸ਼ਵਤ ਲੈਣ ਵਾਲਾ, ਰਿਸ਼ਵਤ ਦੇਣ ਵਾਲਾ, ਉਹਨੂੰ ਫੜਨ ਵਾਲਾ, FIR ਦਰਜ ਕਰਨ ਵਾਲਾ, ਸਾਰੀ ਕਹਾਣੀ ਦੇ ਜਰਾ ਪਰਦੇ ਫਰੋਲੋ ਜਰਾ। ਬਿਲਕੁਲ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਦ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਕੁਝ ਵੀ ਹੁੰਦਾ ਹੈ ਜਾਂ ਫਿਰ ਐਕਸਾਈਜ਼ ਘੁਟਾਲੇ ਦੇ ਵਿੱਚ ਕਦੀ ਵੀ ਕੋਈ ਈਡੀ ਦੀ ਜਾਂ ਕੋਈ ਖਬਰ ਛਪਦੀ ਹੈ ਤੇ ਸਾਡੇ ਵਾਲਿਆਂ ਨੂੰ ਯਾਨੀ ਪੰਜਾਬ ਵਾਲਿਆਂ ਨੂੰ ਵੀ ਡਰ ਜਿਹਾ ਹੋ ਜਾਂਦਾ ਹੈ। ਕਾਰਨ ਕਿ ਜਿਹੜੀ ਹੁਣ ਖਬਰ ਛਪੀ ਹੈ, ਈਡੀ ਨੇ ਆਪਣੇ ਹੀ ਇੱਕ ਸੀਨੀਅਰ ਅਫਸਰ ਯਾਨੀ ਅਸਿਸਟੈਂਟ ਡਾਇਰੈਕਟਰ ਲੈਵਲ ਦੇ ਇਹ ਅਫਸਰ ਨੇ ਪਵਨ ਖੱਤਰੀ, ਉਹਨੂੰ CBI ਨੇ ਬੁੱਕ ਕਰ ਲਿਆ ਔਰ ਕੰਪਲੇਂਟ ਕਿਹਦੀ ਹੈਗੀ ਹੈ? ਈਡੀ ਦੀ ਹੀ ਅਸਿਸਟੈਂਟ ਡਾਇਰੈਕਟਰ ਯਾਨੀ ਇੱਕ ਵੱਡੀ ਅਫਸਰ ਹੈਗੀ ਹੈ ਜਿਹੜੀ ਸੋਨੀਆ, ਸਪੈਸ਼ਲ ਡਾਇਰੈਕਟਰ ਹੈਗੀ ਹੈ ਸੋਨੀਆ ਨਾਰੰਗ, ਉਹਨਾਂ ਨੇ ਇਹ ਕੰਪਲੇਂਟ ਕੀਤੀ ਹੈ। ਮਾਮਲਾ ਕੀ ਹੈ? ਅਮਨਦੀਪ ਸਿੰਘ ਢੱਲ, ਜਿਹੜਾ ਤੁਹਾਨੂੰ ਯਾਦ ਹੋਏਗਾ ਬ੍ਰੈਂਡਕੋ ਸੇਲਸ ਕਾਰਪੋਰੇਸ਼ਨ, ਜਿਹੜੇ ਸ਼ਰਾਬ ਦੇ ਕਾਰੋਬਾਰੀ, ਜਿਨ੍ਹਾਂ ਦਾ ਪੰਜਾਬ ਦੇ ਵਿੱਚ ਵੀ ਕਾਰੋਬਾਰ ਹੈਗਾ, ਉਹਨਾਂ ਨੇ ਆਪਣੇ ਆਪ ਨੂੰ ਈਡੀ ਦੇ ਕੇਸ ਤੋਂ ਕਢਾਉਣ ਵਾਸਤੇ ਇੱਕ ਤਰੀਕੇ ਨਾਲ ਇੱਕ ਕਵਾਇਦ ਸ਼ੁਰੂ ਕੀਤੀ, ਜਿਹਦੇ ਵਿੱਚ 5 ਕਰੋੜ ਰੁਪਏ ਰਿਸ਼ਵਤ ਦੇਣ ਦੀ ਗੱਲ ਹੈਗੀ ਹੈ। ਇਹ ਰਿਸ਼ਵਤ ਕੇਸ ਦੇ ਵਿੱਚ ਸਿਰਫ ਪਵਨ ਖੱਤਰੀ ਉਹਨਾਂ ਨੂੰ ਹੀ ਨਹੀਂ ਬੁੱਕ ਕੀਤਾ, ਉਸ ਤੋਂ ਇਲਾਵਾ ਇਹਦੇ ਵਿੱਚ ਅਸਿਸਟੈਂਟ ਜਨਰਲ ਮੈਨੇਜਰ ਆਫ 에ਅਰ ਇੰਡੀਆ ਜਿਨ੍ਹਾਂ ਦਾ ਨਾਂ ਹੈਗਾ ਦੀਪਕ ਸਾਂਗਮਾਨ, ਉਸ ਤੋਂ ਇਲਾਵਾ CEO ਆਫ ਕਲੈਰਿਜਿਸ ਹੋਟਲ ਔਰ ਇੱਕ ਚਾਰਟਰਡ ਅਕਾਊਂਟੈਂਟ ਦੀ ਵੀ ਗੱਲ ਚੱਲ ਰਹੀ ਹੈ ਕਿ ਪ੍ਰਵੀਨ ਕੁਮਾਰ ਵਤਸ, ਇਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ। ਮਾਮਲਾ ਕੀ ਹੈ ਕਿ ਜਿਹੜੇ ਅਮਨਦੀਪ ਢੱਲ, ਉਹਨਾਂ ਦੇ ਪਿਤਾ ਬਿਰਿੰਦਰਪਾਲ ਸਿੰਘ, ਇਹਨਾਂ ਨੇ ਕੁਝ ਪੈਸੇ ਇਸ ਕਰਕੇ ਕਹਿ ਰਿਹਾ ਕਿ 50 ਲੱਖ ਰੁਪਏ ਐਡਵਾਂਸ ਰਿਸ਼ਵਤ, ਉਹ 5 ਕਰੋੜ ਰੁਪਏ ਵਤਸ ਜਿਹੜਾ ਇੱਕ ਅਫਸਰ ਹੈਗਾ, ਅਫਸਰ ਨਹੀਂ, ਜਿਹੜਾ ਕਲੈਰਿਜਿਸ ਹੋਟਲ ਦਾ ਜਿਹੜੇ CEO ਦਾ ਜ਼ਿਕਰ ਕਰ ਰਹੇ ਆ, ਉਹਨੂੰ ਦਿੱਤੇ। ਔਰ ਉਸ ਤੋਂ ਬਾਅਦ ਇਹ 50 ਲੱਖ ਰੁਪਏ ਬਤੌਰ ਐਡਵਾਂਸ ਇੱਕ ਵਸੰਤ ਵਿਹਾਰ ਦੇ ਹੋਟਲ ਦੀ ਪਾਰਕਿੰਗ ਦੇ ਵਿੱਚ ਉਸ ਖੱਤਰੀ ਸਾਹਿਬ ਵਾਸਤੇ ਦਿੱਤੇ, ਜਿਹਦੇ ਵਿੱਚ ਕਿਹਾ ਗਿਆ ਸੀਗਾ ਵੀ ਇਹ ਐਡਵਾਂਸ ਹੈਗਾ, ਉਸ ਤੋਂ ਬਾਅਦ ਤੁਸੀਂ ਅਮਨਦੀਪ ਢੱਲ ਨੂੰ ਇਸ ਕੇਸ ਤੋਂ ਕੱਢ ਦਿਓ ਤੇ ਬਾਕੀ ਦੇ ਪੈਸੇ ਵੀ ਦਿੱਤੇ ਜਾਣਗੇ। ਇਹਨਾਂ ਸਾਰੀ ਗੱਲਾਂ ਦੇ ਖੁਲਾਸੇ ਹੋਣ ਤੋਂ ਬਾਅਦ ਹੁਣ ਪਵਨ ਖੱਤਰੀ ਹੋਣਾ, ਜਿਨ੍ਹਾਂ ਨੂੰ ਇਹ ਪੈਸੇ ਦਿੱਤੇ ਗਏ ਸੀ, ਉਹ ਹੁਣ ਈਡੀ ਦੇ ਦਾਇਰੇ ਦੇ ਵਿੱਚ ਹੈਗੇ ਔਰ CBI ਨੇ ਕੇਸ ਰਜਿਸਟਰਡ ਕੀਤਾ ਹੈ। ਅੱਗੇ ਚੱਲ ਕੇ ਇਹਦੇ ਵਿੱਚ ਹੋਰ ਕੁਝ ਵੀ ਨਾਮਜ਼ਦ ਹੋਣਗੇ ਔਰ ਇਹਦੀ ਧਮਕ ਪੰਜਾਬ ਦੇ ਵਿੱਚ ਵੀ ਪੈ ਸਕਦੀ ਹੈ। ਹਾਂਜੀ, ਕੁਝ ਕਹਿ ਰਹੇ ਸੀ? ਨਹੀਂ, ਪਰ ਭਾਸਕਰ ਸਾਹਿਬ, ਮੇਰਾ ਸਵਾਲ ਇਹ ਆ ਯਾਰ, ਜਿਹੜੇ ਬੰਦੇ ਨੇ ਰਿਸ਼ਵਤ ਦਿੱਤੀ ਉਸੇ ਬੰਦੇ ਨੇ ਸ਼ਿਕਾਇਤ ਕਿਉਂ ਕਰਤੀ? ਇਹਦਾ ਮਤਲਬ ਜਿਹੜੇ ਮਕਸਦ ਲਈ ਪੈਸਿਆਂ ਦਾ ਸੌਦਾ ਹੋਇਆ ਸੀ ਉਹ ਸਿਰੇ ਨਹੀਂ ਚੜਿਆ।
ਨਹੀਂ ਦੇਖੋ, ਸ਼ਿਕਾਇਤ ਜਿਹੜੀ ਕੀਤੀ ਹੈ ਈਡੀ ਦੀ ਸਪੈਸ਼ਲ ਡਾਇਰੈਕਟਰ ਸੋਨੀਆ ਨਾਰੰਗ ਨੇ ਕੀਤੀ ਹੈ। ਅਮਨਦੀਪ ਉਹਨਾਂ ਜਾਂ ਉਹਨਾਂ ਦੇ ਪਿਤਾ ਨੇ ਇਹ ਸ਼ਿਕਾਇਤ ਨਹੀਂ ਕੀਤੀ। ਅੱਗੇ ਹਾਂ। ਚੱਲ ਕੇ ਇਹ ਸ਼ਿਕਾਇਤ ਕਿਹਨਾਂ ਨੇ ਕੀਤੀ ਹੈ ਉਹ ਗੱਲ ਸਾਹਮਣੇ ਆਏਗੀ, ਪਰ ਫਿਲਹਾਲ ਜਿਹੜੀ ਕੰਪਲੇਂਟ ਹੈਗੀ ਹੈ ਉਹ ਸੋਨੀਆ ਨਾਰੰਗ ਜਿਹੜੀ ਈਡੀ ਦੀ ਸਪੈਸ਼ਲ ਡਾਇਰੈਕਟਰ ਹੈ ਉਹਨਾਂ ਨੇ ਹੀ ਆਪਣੇ ਅਸਿਸਟੈਂਟ ਡਾਇਰੈਕਟਰ ਪਵਨ ਖੱਤਰੀ ਦੇ ਖਿਲਾਫ ਕੰਪਲੇਂਟ ਕੀਤੀ ਹੈ, ਔਰ तमाम सबूतां ਦੇ ਨਾਲ ਕੀਤੀ ਹੈ ਕਿ ਅਮਨਦੀਪ ਢੱਲ ਦੇ ਪਿਤਾ ਬਰਿੰਦਰਪਾਲ ਸਿੰਘ ਹੈਗੇ ਆ, ਉਹਨਾਂ ਨੇ ਮਿਲ ਕੇ ਵਸ ਜਿਹੜੇ CEO ਆਫ ਕਲੈਰਜਿਸ ਹੋਟਲ ਦੀ ਗੱਲ ਹੈਗੀ ਹੈ, ਜਾਂ ਚਾਰਟਰਡ ਅਕਾਊਂਟੈਂਟ ਜਿਹੜੇ ਪ੍ਰਵੀਨ ਕੁਮਾਰ ਵਸ ਦੀ ਗੱਲ ਹੈਗੀ ਹੈ, ਉਹਨਾਂ ਨੂੰ ਪਹਿਲੇ 5 ਕਰੋੜ ਦਿੱਤੇ। ਉਸ ਤੋਂ ਬਾਅਦ 50 ਲੱਖ ਰੁਪਏ ਪਵਨ ਖੱਤਰੀ ਜਿਹੜੀ ਹੋਟਲ ਦੀ ਪਾਰਕਿੰਗ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਾਂਗਵਾਨ ਜਿਨ੍ਹਾਂ ਦਾ ਨਾਮ ਸੀ 에ਅਰ ਇੰਡੀਆ ਦੇ ਜਿਹੜੇ GM ਸੀਗੇ ਉਹਨਾਂ ਨੂੰ, ਔਰ ਉੱਥੇ ਪਵਨ ਖੱਤਰੀ ਆਪ ਪੈਸੇ ਲੈਣ ਆਏ ਸੀਗੇ। ਇਹ ਸਾਰੀ ਗੱਲਾਂ ਦੀ ਇਨਵੈਸਟੀਗੇਸ਼ਨ ਹੁਣ ਅੱਗੇ ਚੱਲੇਗੀ। ਪਹਿਲੇ ਵੀ ਬਹੁਤ ਸਾਰੀ ਗੱਲਾਂ ਇਸ ਤੋਂ ਰਿਲੇਟਡ ਇਸ ਕੇਸ ਦੇ ਵਿੱਚ ਆ ਚੁੱਕੀ ਹੈ। ਹੁਣ CBI ਦੀ ਐਂਟਰੀ ਹੋਈ ਹੈ ਕਿਉਂਕਿ ED ਦਾ ਹੀ ਇੱਕ ਅਸਿਸਟੈਂਟ ਡਾਇਰੈਕਟਰ ਇਸ ਸਾਰੇ ਰਿਸ਼ਵਤ ਕਾਂਡ ਦੇ ਵਿੱਚ ਇਨਵੋਲਵ ਹੈ। ਇੰਦਰਪ੍ਰੀਤ ਜੀ, ਚਲੋ ਵੈਸੇ ਤਾਂ ਤੁਸੀਂ ਇਸ ਮਾਮਲੇ ਨੂੰ ਗਾਏ ਬਗਾਏ ਰਿਪੋਰਟ ਕਰਦੇ ਹੀ ਰਹੇ ਹੋ ਅਖਬਾਰ ਦੇ ਵਿੱਚ, ਇੱਥੇ ਵੀ ਆਪਾਂ ਜ਼ਿਕਰ ਕਰਦੇ ਰਹੇ ਹਾਂ। ਤੁਹਾਡਾ ਵਿਵੇਕ ਕੀ ਕਹਿ ਰਿਹਾ ਵੀ ਇਹ ED ਕੋਲੇ ਜਾਂ CBI ਕੋਲੇ ਇਹ ਤੱਥ, ਦੇਖੋ 2 ਵਾਰੀ ਹੁੰਦਾ, ਜਾਂ 2 ਤਰ੍ਹਾਂ ਹੁੰਦਾ, ਜਾਂ ਤਾਂ ਟਰੈਪ ਲੱਗਿਆ ਹੁੰਦਾ ਵੀ ਕਿਸੇ ਬੰਦੇ ਨੇ ਪੈਸੇ ਦੇਣ ਆਉਣਾ ਤੇ ਕੋਈ ਫੜਾਉਣਾ ਚਾਹੁੰਦਾ ਤੇ ਕੋਈ ਪੈਸੇ ਲੈ ਰਿਹਾ ਹੁੰਦਾ ਤੇ ਫੜਨਾ ਹੁੰਦਾ ਉਹਨੂੰ। ਦੂਜਾ ਮਾਮਲਾ ਹੁੰਦਾ ਵੀ ਤੁਹਾਡੇ ਕੋਲ ਕੋਈ ਸਬੂਤ ਇੱਧਰੋਂ ਉੱਧਰ ਆ ਜਾਣ, ਜਾਂ ਇਸ ਤਰ੍ਹਾਂ ਦੀ ਗੇਮ ਦੇ ਵਿੱਚ ਕੋਈ ਵਿਅਕਤੀ ਆਣ ਕੇ ਡਿਸਕਲੋਜ਼ ਕਰਦੇ ਜਿਹਨੂੰ ਪੂਰਾ ਹਿੱਸਾ ਨਾ ਮਿਲਿਆ ਹੋਵੇ। ਵੈਸੇ ਤੁਹਾਨੂੰ ਓਵਰਆਲ ਲੱਗ ਕੀ ਰਿਹਾ? ਕਿਉਂਕਿ ਜਦੋਂ ਬ੍ਰਿੰਡਕੋ ਦੀ ਗੱਲ ਆਉਂਦੀ ਆ, ਪਿਛਲੇ ਸਾਲ ਜਿਹੜੀ ਪਹਿਲੀ ਐਕਸਾਈਜ਼ ਪਾਲਿਸੀ ਸੀ ਉਹਦੇ ਤਹਿਤ ਜਿਹੜੇ L1 ਲਾਇਸੈਂਸ ਧਾਰਕ ਸੀਗੇ ਉਹਨਾਂ ਦੇ ਵਿੱਚ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਬ੍ਰਿੰਡਕੋ ਦਾ ਵੀ ਜ਼ਿਕਰ ਆਉਂਦਾ ਰਿਹਾ ਪੰਜਾਬ ਦੇ ਵਿੱਚ। ਇਹਦਾ ਮਤਲਬ ਹੈ ਕਿ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਇਸ ਤਰ੍ਹਾਂ ਕੱਢਣ ਲਈ ਅੱਗੇ ਵੱਧਦਾ ਹੈ, ਇਹ ਜਾਂਚ ਦਾ ਘੇਰਾ ਵਸੀ ਵੀ ਹੋ ਸਕਦਾ ਹੈ, ਆਉਂਦੇ ਦਿਨ ਕਾਫੀ ਮੁਸ਼ਕਲ ਭਰਪੂਰ ਵੀ ਹੋ ਸਕਦੇ ਜੀ ਆਪਣੀ ਪੰਜਾਬ ਦੀ ਸਰਕਾਰ ਲਈ ਵੀ। ਦੇਖੋ, ਦੋਨੋਂ ਪਾਲਿਸੀਆਂ ਸੇਮ ਨੇ ਔਰ ਦੋਨੋਂ ਪਾਲਿਸੀਆਂ ਆਈਆਂ ਵੀ ਇੱਕੋ ਜਗ੍ਹਾ ਤੋਂ ਨੇ, ਇਸ ਕਰਕੇ ਮੈਨੂੰ ਲੱਗਦਾ ਕਿ ਇਨਵੋਲਵਮੈਂਟ ਤਾਂ ਜ਼ਰੂਰ ਹੋਏਗੀ। ਬਟ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਕੈਬਨਿਟ ਦੀ ਅਪਰੂਵਲ ਦੀ ਗੱਲ ਹੁੰਦੀ ਹੈ, ਇੱਥੇ ਪ੍ਰੋਪਰ ਕੈਬਨਿਟ ਦੀ ਅਪਰੂਵਲ ਆ ਉੱਥੇ ਨਹੀਂ ਹੈਗੀ, ਜਾਂ ਕੈਬਨਿਟ ਦੀ ਅਪਰੂਵਲ ਤੋਂ ਅਲੱਗ ਤੋਂ ਵੀ ਚੀਜ਼ ਜਿਹੜੀ ਹੈਗੀ ਆ ਉਹ ਪਾਈ ਗਈ ਹੈ ਵਿੱਚ। ਸੋ ਇਹ ਤਾਂ ਇੱਥੇ ਦਾ ਫਰਕ ਹੈ। ਸ਼ਾਇਦ ਇੱਥੇ ਥੋੜਾ ਬਜਾ ਇਸੇ ਕਰਕੇ ਪੰਜਾਬ ਦੇ ਜਿਹੜੇ ਉਹ ਹੈਗੇ ਨੇ ਅਧਿਕਾਰੀ ਉਹਨਾਂ ਦਾ ਬਚਾਓ ਹੋ ਜਾਂਦਾ ਹੈ। ਦੂਜਾ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਰਿਸ਼ਵਤ ਦਾ ਮਾਮਲਾ ਆਇਆ, ਮੈਨੂੰ ਲੱਗਦਾ ਕਿ ਉਹ ਆਂਦਾ ਤਾਂ ਸੇਮ, ਉਹਦਾ ਕਾਰਨ ਇੱਕੋ ਹੀ ਹੁੰਦਾ ਕਿ ਜਦੋਂ ਤੁਹਾਨੂੰ ਪੈਸਾ ਪ੍ਰੋਪਰ ਨਹੀਂ ਮਿਲਦਾ, ਜਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਕੈਮਰੇ 'ਚ ਆ ਜਾਓ ਤਾਂ ਆ ਸਕਦਾ, ਲੇਕਿਨ ਉਹਦੇ ਚਾਂਸਸ ਬਹੁਤ ਘੱਟ ਰਹਿੰਦੇ ਨੇ। ਮੇਨਲੀ ਜਿਹੜੇ ਹੁੰਦੇ ਆ ਕੇਸਿਸ ਉਹ ਉਦੋਂ ਹੀ ਸਾਹਮਣੇ ਆਉਂਦੇ ਆ ਜਦੋਂ ਤੁਹਾਨੂੰ ਹਿੱਸੇਦਾਰੀ ਪੂਰੀ ਨਹੀਂ ਮਿਲੀ ਹੁੰਦੀ ਤੇ ਬੰਦਾ ਤੈਅ ਕਰਕੇ ਮੁੱਕਰ ਜਾਂਦਾ, ਤਾਂ ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਤੇ ਇਹਦੇ ਮਾਮਲੇ 'ਚ ਕੀ ਹੈ, ਹੁਣ ਦੇਖੋ ਪਕੜ ਲਿਆ, ਉਸ ਤੋਂ ਬਾਅਦ ਜਿਹੜੀ ਪੁੱਛਤਾਛ ਹੋਏਗੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਸਾਹਮਣੇ ਆਈ ਜਾਣਗੀਆਂ ਇਹਦੇ ਵਿੱਚ ਜੀ। ਦੇਖੋ ਵੱਡੀਆਂ ਗੱਲਾਂ, ਵੱਡੇ ਮਾਮਲੇ ਐਵੇਂ ਕੈਮਰੇ ਤੇ ਬੈਠੇ ਰਹਿੰਦੇ, ਕੋਈ ਸ਼ਰਾਬ ਦੇ ਕਾਰੋਬਾਰ 'ਚ ਵੜੀ ਹੈ। ਇੰਦਰਪ੍ਰੀਤ ਜੀ, ਤੁਸੀਂ ਤਾਂ ਬੰਦੇ ਜਰਾ ਜ਼ਿਆਦਾ ਧਰਮੀ ਹੋ, ਹੈਨਾ, ਤੇ ਤੁਹਾਡੇ ਆਲੇ ਦੁਆਲੇ ਤੇ ਕੁਝ ਡਿਸਿਪਲਨ ਨੇ, ਮੇਰੇ ਤੇ ਭਾਸਕਰ ਸਾਹਿਬ ਲਈ ਤਾਂ ਕੋਈ ਹੈ ਨਹੀਂ। ਸੋ ਕਿਸੇ ਨਾ ਕਿਸੇ ਜਗ੍ਹਾ ਕਾਟੀ ਪਾਈਏ, ਕੋਈ ਅਫਸਰ ਲੱਭੀਏ, ਫਿਰ ਵੇਖੀਏ ਐਂਟਰੀ ਕਿੱਦਾਂ। ਭਾਸਕਰ ਸਾਹਿਬ ਕੋਈ ਬੈਂਕ ਲੱਭੋ, ਕੋਈ 10-20 ਕਰੋੜ ਦੀ ਜਿਹੜੀ 100 ਕਰੋੜ ਦੀ ਸਾਨੂੰ ਲਿਮਟ ਜੀ ਦੇ ਜਾਂ ਸਿਕਿਉਰਿਟੀ ਦੇ, ਤੇ ਫਿਰ ਆਪਾਂ ਇਹ ਧੰਦੇ ਚਾਹੀਏ ਜਿੱਥੇ ਰਿਸ਼ਵਤ 5-10 ਕਰੋੜ। ਉਹ ਤੁਹਾਨੂੰ ਯਾਦ ਹੈ ਉਹ ਜਿਹੜਾ ਸ਼ੁਕੇਸ਼ ਚੰਦਰ ਸ਼ੇਖਰ ਸੀ, ਉਹਨੂੰ ਔਰ ਰੰਬੈਕਸੀ ਵਾਲਿਆਂ ਨੇ 200 ਕਰੋੜ ਰੁਪਇਆ ਜ਼ਮਾਨਤ ਕਰਾਉਣ ਲਈ ਦਿੱਤਾ ਸੀ। ਵਾਹ ਕਿਆ ਮਾਮਲੇ ਯਾਰ। ਹਾਂਜੀ ਭਾਸਕਰ ਸਾਹਿਬ, ਮੈਂ ਤੁਹਾਡੇ ਕੋਲ ਆਵਾਂ ਫਿਰ, ਜੇ ਕਹਿੰਦੇ ਹੋ ਤਾਂ ਇੰਡੀਆ ਗੱਠਜੋੜ ਦੀ ਕੋਈ ਬਾਤ ਪਾ ਦਿਓ। ਕੁਝ ਕਾਫੀ ਉੱਥੇ ਹਲਚਲ ਆ, ਸੋਨੀਆ ਗਾਂਧੀ ਇਸ ਵਾਰੀ ਡੋਮੀਨੇਟ ਕਰਨਗੇ, ਨਤੀਸ਼ ਕਹਿੰਦੇ ਮੈਨੂੰ ਕਨਵੀਨਰ ਬਣਨ ਦੀ ਏਡੀ ਜ਼ਰੂਰਤ ਹੈ ਨਹੀਂ, ਤੇ ਕੁਝ ਨਵੇਂ ਬੰਦੇ ਵੀ ਭਰਪੂਰ ਤੋਲਦੇ ਫਿਰਦੇ ਆ। ਦੱਸੋ ਜਰਾ, ਕੀ ਇੱਧਰ ਦੇ NDA ਵਾਲਿਆਂ ਨੇ ਸਮਾਨਾਂਤਰ ਕੋਈ ਰੱਖਿਆ ਨਹੀਂ ਇਸ ਵਾਰੀ ਪ੍ਰੋਗਰਾਮ? ਪਿਛਲੀ ਵਾਰੀ ਤਾਂ ਉਹਨਾਂ ਨੇ ਰੱਖਤਾ ਸੀ, ਵੀ ਵੇਖਦੇ ਆ ਕਿਹਦੀ ਵੱਡੀ ਸੁਰਖੀ ਬਣਦੀ। NDA ਵਾਲਿਆਂ ਨੇ ਵੀ ਰੱਖ ਲਿਆ ਪ੍ਰੋਗਰਾਮ 1 ਸੈਪਟੈਂਬਰ ਨੂੰ, ਜਦ JP ਨੱਡਾ ਹੋਣਾ ਉਹਨਾਂ 160 ਕਨਸਟੀਚੁਐਂਸੀਜ਼, ਜਿਹਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀਗਾ ਕਿ 160 ਸੀਟਾਂ ਦੇ ਵਿੱਚ BJP ਆਪਣੇ ਆਪ ਨੂੰ ਵੀਕ ਸਮਝਦੀ ਹੈ। ਪਿਛਲੀ ਵਾਰ ਉਹ ਹਾਰ ਗਏ ਸੀ, ਦੂਜੇ ਨੰਬਰ ਤੇ ਆਏ ਸੀ, ਪਰ ਐਤਕੀ ਉਹਨਾਂ 160 ਕਨਸਟੀਚੁਐਂਸੀਜ਼ ਦੇ ਵਿੱਚ ਡਟ ਕੇ ਇੱਕ ਮਿਹਨਤ ਕਰਕੇ ਉੱਥੇ ਉਤਰਨ ਦੀ ਗੱਲ, ਉਹਦੇ ਵਾਸਤੇ JP ਨੱਡਾ ਉਹਨਾਂ ਨੇ 1 ਤਰੀਕ ਨੂੰ ਕਥਿਤ ਮੀਟਿੰਗ ਰੱਖੀ ਹੈ। ਅਜੇ ਇਹ ਗੱਲ ਪੁਸ਼ਟੀ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ, ਪਰ ਇਹ ਗੱਲਾਂ ਨਿਕਲ ਕੇ ਆਈਆਂ। ਹੁਣ ਗੱਲ ਕਰੀਏ ਇੰਡੀਆ ਦੀ, 31 ਤਰੀਕ ਪਰਸੋਂ ਇਹ ਸਟੇਜ ਸੱਜਣ ਵਾਲਾ ਹੈ ਮੁੰਬਈ ਦੇ ਵਿੱਚ, ਔਰ ਉਸ ਸਟੇਜ ਦੇ ਵਿੱਚੋਂ ਇੱਕ ਦਿਨ ਪਹਿਲੇ ਹਯਾਤ ਗ੍ਰੈਂਡ ਹੋਟਲ, ਜਿਹੜਾ ਬੜਾ ਆਲੀਸ਼ਾਨ ਹੋਟਲ ਹੈ ਮੁੰਬਈ ਦਾ,
ਉਹਦੇ ਵਿੱਚ ਉद्धਵ ਠਾਕਰੇ ਉਹਨਾਂ ਨੇ ਇੱਕ ਡਿਨਰ ਅਰੇਂਜ ਕੀਤਾ ਹੈ। ਉਸ ਡਿਨਰ ਦੇ ਵਿੱਚ ਬਹੁਤ ਸਾਰੀ ਗੱਲਾਂ ਹੋਣਗੀਆਂ ਜਿਹੜੀ ਅਗਲੇ ਦਿਨ 1 ਤਰੀਕ ਦੀ ਮੀਟਿੰਗ ਦਾ ਏਜੰਡਾ ਬਣਨਗੀਆਂ। ਗੱਲ ਤੇ ਇਹ ਵੀ ਚੱਲ ਰਹੀ ਹੈ ਕਿ ਕਨਵੀਨਰ ਨਿਯੁਕਤ ਕਰਨਾ ਹੈ, ਚੇਅਰਮੈਨ ਨਿਯੁਕਤ ਕਰਨਾ, ਪੈਟਰਨ ਨਿਯੁਕਤ ਕਰਨਾ, 11 ਮੈਂਬਰ ਕਮੇਟੀ ਬਣਾਉਣੀ ਹੈ। ਦਿੱਲੀ ਦੇ ਵਿੱਚ ਦਫ਼ਤਰ ਕਿੱਥੇ ਖੁੱਲੇਗਾ, ਦਫ਼ਤਰ ਵਿੱਚ ਬੈਠੇਗਾ ਕੌਣ ਕਿੰਨੀ ਸੀਟਾਂ ਤੇ ਲੜੇਗਾ, ਇਹ ਸਾਰੀ ਗੱਲਾਂ ਦੇ ਉੱਤੇ ਐਤਕੀ ਨਿੱਠ ਕੇ ਗੱਲ ਹੋਣੀ ਹੈ। ਉਹ ਵੀ ਖਾਸ ਕਰਕੇ ਤਦ ਜਦ ਮਮਤਾ ਬਨਰਜੀ ਜਿਹੜੀ ਇੰਡੀਆ ਦੀ ਇੱਕ ਇੰਪੋਰਟੈਂਟ ਪਾਰਟਨਰ ਹੈ, ਵੈਸਟ ਬੰਗਾਲ ਦੀ ਚੀਫ ਮਿਨਿਸਟਰ ਵੀ ਹੈ, ਉਹਨਾਂ ਨੇ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਕਿ ਕਿਉਂਕਿ ਬੀਜੇਪੀ ਨੇ ਦਸੰਬਰ ਦੇ ਮਹੀਨੇ ਦੇ ਵਿੱਚ ਸਾਰੇ ਹੈਲੀਕਾਪਟਰ ਪੂਰੇ ਦੇਸ਼ ਦੇ ਬੁੱਕ ਕਰ ਲਏ ਨੇ, ਤੇ ਕਹਿੰਦੇ ਵੀ ਇਹ ਲੋਕ ਸਭਾ ਚੋਣਾਂ ਵੀ ਦਸੰਬਰ ਦੇ ਵਿੱਚ ਹੀ ਹੋ ਸਕਦੀ ਹੈ। ਜਯੰਤ ਚੌਧਰੀ ਜਿਨ੍ਹਾਂ ਦੇ ਬਾਰੇ ਚ ਕਿਹਾ ਜਾਂਦਾ ਸੀਗਾ ਕਿ ਉਹਨਾਂ ਦਾ ਲਿੰਕ ਹੁਣ ਐਨਡੀਏ ਦੇ ਨਾਲ ਵਾਧੂ ਵੱਧ ਗਿਆ, ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰਤੀ ਵੀ ਐਨਡੀਏ ਦੇ ਵਿੱਚ ਜੇ ਛੋਟੀ ਮੋਟੀ ਪਾਰਟੀਆਂ ਜਾਂਦੀ ਹੈ ਉਹਨਾਂ ਨੂੰ ਬੀਜੇਪੀ ਜਿਹੜੀ ਹੁਣ ਬਹੁਤ ਵੱਡੀ ਦੁਨੀਆ ਦੀ ਪਾਰਟੀ ਬਣ ਚੁੱਕੀ ਹੈ ਬਹੁਤੀ ਤਵੱਜੋ ਨਹੀਂ ਦਿੰਦੀ। ਇਸ ਕਰਕੇ ਉਹਨਾਂ ਨੇ ਵੀ ਇੰਡੀਆ ਦੇ ਵਿੱਚ ਹੀ ਆਪਣਾ ਸਟੈਂਡ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਉਸ ਤੋਂ ਇਲਾਵਾ ਸ਼ਰਦ ਪਵਾਰ ਉਹਨਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਹਰ ਰੋਜ਼ ਤਕਰੀਬਨ ਖਬਰਾਂ ਛਪਦੀ ਸੀ ਕਿ ਸ਼ਰਦ ਪਵਾਰ ਉਹਨਾਂ ਕਿਤੇ ਬੀਜੇਪੀ ਦੇ ਨਾਲ ਤੇ ਨਹੀਂ ਚਲੇ ਜਾਣਗੇ, ਜਾਂ ਫਿਰ ਅਜੀਤ ਪਵਾਰ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਕਹਿੰਦੇ ਕਿ ਸਾਡੀ ਪਾਰਟੀ ਦਾ ਹੀ ਪਾਰਟ ਹੈ। ਸਾਰੀ ਗੱਲਾਂ ਦੇ ਉੱਤੇ ਸ਼ਾਇਦ 31 ਤਰੀਕ ਨੂੰ ਵਿਰਾਮ ਲੱਗੂਗਾ ਔਰ ਸ਼ਰਦ ਪਵਾਰ ਉਹਨਾਂ ਕਿਉਂਕਿ ਮੇਜ਼ਬਾਨ ਹੈਗੇ ਨੇ ਇਸ 31 ਅਗਸਤ ਤੇ 1 ਸਤੰਬਰ ਦੀ ਮੀਟਿੰਗ ਦੇ ਵਿੱਚ, ਉੱਥੇ ਉਹਨਾਂ ਦਾ ਕੀ ਰੋਲ ਹੋਏਗਾ ਇਹ ਵੀ ਗੱਲ ਸਾਹਮਣੇ ਆਏਗੀ। ਸੋਨੀਆ ਗਾਂਧੀ ਉਹਨਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਨਿਤੀਸ਼ ਕੁਮਾਰ ਉਹਨਾਂ ਨੇ ਬਤੌਰ ਕਨਵੀਨਰ ਇਸ ਇੰਡੀਆ ਦੇ ਬਣਨ ਤੋਂ ਫਿਲਹਾਲ ਇਨਕਾਰ ਕੀਤਾ, ਪਰ ਕਈ ਵਾਰ ਇਨਕਾਰ ਵੀ ਸਿਰਫ ਇਸ ਕਰਕੇ ਕੀਤਾ ਜਾਂਦਾ ਕਿ ਉੱਥੋਂ ਕੋਈ ਪ੍ਰਪੋਜ਼ਲ ਤੇ ਆਏ, ਕਿਉਂਕਿ ਹਜੇ ਤੱਕ ਕੋਈ ਐਦਾਂ ਦਾ ਆਫੀਸ਼ੀਅਲ ਪ੍ਰਪੋਜ਼ਲ ਨਿਤੀਸ਼ ਕੁਮਾਰ ਉਹਨਾਂ ਨੂੰ ਕਨਵੀਨਰ ਬਣਾਉਣ ਦਾ ਆਇਆ ਨਹੀਂ। ਕਈ ਵਾਰ ਨਾ ਪਹਿਲੇ ਕਰਕੇ ਬਾਅਦ ਚੋਂ ਹਾਂ ਕਰਨ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ। ਸੰਦੀਪ ਦੀਕਸ਼ਿਤ ਦਿੱਲੀ ਦੇ ਸ਼ੀਲਾ ਦੀਕਸ਼ਿਤ ਜਿਹੜੇ ਮੁੱਖ ਮੰਤਰੀ ਹੁੰਦੀ ਸੀ ਉਹਨਾਂ ਦੇ ਬੇਟੇ, ਉਹਨਾਂ ਨੇ ਆਪਣਾ ਅਟੈਕ ਆਮ ਆਦਮੀ ਪਾਰਟੀ ਦੇ ਉੱਤੇ ਹਜੇ ਵੀ ਜਾਰੀ ਰੱਖਿਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਏਦਾਂ ਦਾ ਮਾਹੌਲ ਬਣਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਆ ਤੋਂ ਆਪਣਾ ਜਿਹੜੇ ਪਾਰਟੀਸਿਪੇਸ਼ਨ ਹੈ ਉਹ ਤੋਂ ਪਰੇ ਹੋ ਜਾਏ ਔਰ ਜਿਹੜੀ ਬੀਜੇਪੀ ਨੂੰ ਸੂਟ ਕਰਨ ਵਾਲੀ ਰਾਜਨੀਤੀ ਦੇ ਉੱਤੇ ਚੱਲਣ ਦੀ ਗੱਲ ਚੱਲ ਰਹੀ ਹੈ। ਇਹ ਸਾਰੀ ਗੱਲਾਂ ਦੇ ਵਿੱਚ ਭਾਵੇਂ 26 ਪਾਰਟੀਆਂ ਦੇ ਵਿੱਚੋਂ ਜਿੰਨਾ ਮਰਜ਼ੀ ਵਿਰੋਧ ਹੋਏ ਇਕੱਠੀ ਹੋ ਰਹੀ ਹੈ ਔਰ ਐਤਕੀ 1 ਸਤੰਬਰ ਨੂੰ ਸ਼ਾਮ ਨੂੰ 4-5 ਵਜੇ ਜਦ ਖੜਗੇ ਸਾਹਿਬ ਜਾਂ ਕੋਈ ਹੋਰ ਇੰਡੀਆ ਅਲਾਈਅੰਸ ਦੀ ਪ੍ਰੈਸ ਕਾਨਫਰੰਸ ਕਰਨਗੇ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੌਣ ਹੋਏਗਾ ਕੌਣ ਨਹੀਂ ਹੋਏਗਾ, ਸੀਟਾਂ ਦਾ ਬਟਵਾਰਾ ਹੋਇਆ ਨਹੀਂ ਹੋਇਆ, ਕਾਫੀ ਕੁਝ ਮਾਮਲਾ ਕਲੀਅਰ ਹੋ ਜਾਏਗਾ। ਦੇਖੋ, ਜਦੋਂ ਸਾਡੇ ਮੁੱਖ ਮੰਤਰੀ ਇੰਦਰਪ੍ਰੀਤ ਜੀ ਕਹਿੰਦੇ ਨਾ ਕਿ ਪੰਜਾਬ ਦੀ ਹਿੱਸੇਦਾਰੀ ਕੌਮੀ ਰਾਜਨੀਤੀ 'ਚ ਵੱਧ ਰਹੀ ਹੈ, ਤੇ ਫਿਰ ਮੈਨੂੰ ਇਸ ਵਾਰੀ ਇਹ ਕਹਿਣ 'ਚ ਤਾਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਵੀ 2 ਦਿਨ ਅੰਗੇਜ ਰਹਿਣਗੇ, ਉਹ ਦਿੱਲੀ 'ਚ ਰਹਿਣਗੇ। ਕੇਜਰੀਵਾਲ ਸਾਹਿਬ ਦੇ ਇੱਕ ਪਾਸੇ ਸੰਜੇ ਸਿੰਘ, ਇੱਕ ਪਾਸੇ ਭਗਵੰਤ ਮਾਨ ਜੀ ਔਰ ਇੱਕ ਪਾਸੇ ਨਾਲ ਹੀ ਜਿਹੜੇ ਅੱਜ ਕੱਲ੍ਹ ਕਾਫੀ ਚਰਚਿਤ ਨੇ ਰਾਘਵ ਚੱਡਾ ਜੀ, ਉਹ ਵੀ ਹੋਣਗੇ। ਹੋ ਸਕਦਾ ਸੰਦੀਪ ਪਾਠਕ ਜੀ, ਕਿਉਂਕਿ ਉਹ ਵੀ ਰਣਨੀਤੀਕਾਰ ਨੇ, ਇੱਕ ਪਾਸੇ ਇਹ ਇੱਕ ਵੱਡਾ ਗਰੁੱਪ ਵੀ ਸ਼ਾਮਲ ਹੋਵੇ। ਪਰ ਸੰਦੀਪ ਦੀਕਸ਼ਿਤ ਮਰਹੂਮ ਸ਼ੀਲਾ ਦੀਕਸ਼ਿਤ ਦੇ ਪੁੱਤਰ ਉਹ ਤਾਂ ਕਲੀਅਰ ਕਹਿ ਰਹੇ ਵੀ ਅਮਿਤ ਸ਼ਾਹ ਨੇ ਤਾਂ ਕਹਿ ਦਿੱਤਾ ਸੀ ਉਦੋਂ ਵੀ ਇਹ ਤਾਂ ਭੱਜ ਜਾਣਗੇ, ਤੇ ਮੈਂ ਵੀ ਕਹਿੰਦਾ ਹੈ ਕਿ ਇਹਨਾਂ ਬਿਹਾਰ 'ਚ ਇਲੈਕਸ਼ਨ ਲੜਨ ਦਾ ਜਿਹੜਾ ਐਲਾਨ ਜਿਹਾ ਕਰੀ ਫਿਰਦੇ ਆ, ਇਹ ਲੱਗਦਾ ਵਾ ਕਿ ਬਹੁਤਿਆਂ ਨੂੰ ਨਾਰਾਜ਼ ਕਰਕੇ ਕਹਿਣਗੇ ਵੀ ਸਾਨੂੰ ਕੱਢੋ, ਸਾਡੇ ਖਿਲਾਫ 2-4 ਗੱਲਾਂ ਕਰੋ ਤਾਂ ਕਿ ਅਸੀਂ ਬਾਹਰ ਦਾ ਰਸਤਾ ਵੇਖੀਏ, ਫਿਰ ਅਸੀਂ ਮਨ ਭਾਉਂਦੀ ਤੇ ਵਾਰਾ ਖਾਨ ਦੀ ਰਾਜਨੀਤੀ ਕਰੀਏ। ਇੰਦਰਪ੍ਰੀਤ ਜੀ, ਟਿੱਪਣੀ ਇੱਥੇ ਜੇ ਤੁਸੀਂ ਦੇਣਾ ਚਾਹੋ ਤੇ ਤੁਸੀਂ ਪੂਰੀ ਤਰ੍ਹਾਂ ਆਜ਼ਾਦ ਹੋ, ਪਰ ਪੰਚਾਇਤਾਂ ਵਾਲਾ ਮਾਮਲਾ ਕੱਲ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਮੈਨੂੰ ਲੱਗਦਾ ਕਾਹਲੀ 'ਚ ਕੀਤੇ ਫੈਸਲੇ ਜਦੋਂ ਜਾ ਕੇ ਲੌਜਿਕ ਦੇ ਉੱਤੇ ਜਸਟੀਫਾਈ ਕਰਨੇ ਪੈਂਦੇ ਆ ਤਾਂ ਉੱਥੇ ਮੁਸ਼ਕਲ ਆਉਂਦੀ ਆ। ਹੁਣ ਜਦੋਂ ਹਾਈ ਕੋਰਟ ਇਹ ਕਹਿੰਦੀ ਆ ਵੀ ਦੱਸਿਓ ਖਾਂ ਜਦੋਂ ਫੈਸਲਾ ਲੈਣ ਲੱਗੇ ਸੀ ਉਦੋਂ ਕੀ ਹੋਇਆ, ਕੀ ਦੱਸਣਗੇ? ਅੱਜ 2 ਵਜੇ ਸੁਣਵਾਈ ਹੈ, ਸ਼ਾਮ ਤੱਕ ਜਾਂ ਤਾਂ ਜਲਦੀ ਚੋਣਾਂ ਕਰਾਉਣ ਦਾ ਐਲਾਨ ਕਰਨਾ ਪਊ, ਬਹੁਤ ਜਲਦੀ ਚੋਣਾਂ ਹੋ ਜਾਣਗੀਆਂ ਪੰਚਾਇਤਾਂ ਦੀਆਂ, ਤੇ ਜਾਂ ਫਿਰ ਭੰਗ ਕਰਨ ਵਾਲਾ ਫੈਸਲਾ ਵਾਪਸ ਹੋ ਜੂ। ਕੀ ਕਹਿੰਦੇ? ਰੰਧਾਵਾ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਗ੍ਰਾਮ ਪੰਚਾਇਤਾਂ ਵਾਲਾ ਜਿਹੜਾ ਫੈਸਲਾ ਹੈਗਾ ਉਹ ਬਹੁਤ ਕਾਹਲੀ 'ਚ ਲਿੱਤਾ ਹੋਇਆ ਫੈਸਲਾ ਹੈ। ਪਹਿਲੀ ਗੱਲ, ਇਹਦੀ ਕੋਈ ਜ਼ਰੂਰਤ ਨਹੀਂ ਸੀ ਵੀ ਤੁਸੀਂ ਮਤਲਬ ਠੀਕ ਹੈ ਜੇ ਤੁਸੀਂ 31 ਦਸੰਬਰ ਤੱਕ ਵੀ ਇਲੈਕਸ਼ਨ ਕਰਾਣੇ ਆ ਤਾਂ ਵੀ ਤੂੰ ਇਹ ਕਹਿ ਸਕਦੇ ਸੀ ਵੀ ਅਸੀਂ ਇਲੈਕਸ਼ਨ 31 ਦਸੰਬਰ ਤੱਕ ਕਰਾਉਣ ਜਾ ਰਹੇ ਹਾਂ। ਉਹਦੇ ਲਈ ਪੰਚਾਇਤਾਂ ਨੂੰ ਭੰਗ ਕਰਨ ਦਾ ਤਾਂ ਕੋਈ ਮਤਲਬ ਮੈਨੂੰ ਕੋਈ ਲੌਜਿਕ ਨਜ਼ਰ ਨਹੀਂ ਆ ਰਿਹਾ ਕਿ ਉਹਨੂੰ ਲਈ ਭੰਗ ਕਰਨੀਆਂ ਕਿਉਂ ਜ਼ਰੂਰੀ ਨੇ। ਸੋ ਇਹ ਇੱਕ ਇੰਪੋਰਟੈਂਟ ਉਹਦੇ 'ਚ ਹੈ ਔਰ ਇਹਦੇ ਬਾਰੇ ਜਿਵੇਂ ਕੱਲ ਉਹਨਾਂ ਨੇ ਕਿਹਾ ਜੀ ਜਨਹਿਤ 'ਚ ਲਿੱਤਾ ਗਿਆ ਫੈਸਲਾ, ਇੱਥੇ ਜਨਹਿਤ ਤਾਂ ਕੋਈ ਬਣਦਾ ਹੀ ਨਹੀਂ। ਕੀ ਜਨਹਿਤ ਇਹਦੇ 'ਚ? ਪਹਿਲੀਆਂ ਜਿਹੜੀਆਂ ਪੰਚਾਇਤਾਂ ਚੁਣੀਆਂ ਹੋਈਆਂ ਹੈਗੀਆਂ ਨੇ ਉਹ ਕੀ ਇਹੋ ਜਿਹਾ ਕਰ ਰਹੀਆਂ ਨੇ ਜਿਹੜਾ ਜਨ ਵਿਰੋਧੀ ਹੈ? ਤਾਂ ਮਤਲਬ ਇਹ
ਮੈਨੂੰ ਲੱਗਦਾ ਕਿ ਦਲੀਲ ਜਿਹੜੀ ਹੈ ਉਹ ਵੀ ਕੋਈ ਵਧੀਆ ਦਲੀਲ ਨਹੀਂ ਹੈ ਕਿ ਜਨਹਿਤ ਦੇ ਵਿੱਚ ਅਸੀਂ ਇਹ ਫੈਸਲਾ ਸ਼ਾਇਦ ਲਿੱਤਾ। ਸ਼ਾਇਦ ਸ਼ਾਇਦ ਇੰਦਰਪ੍ਰੀਤ ਜੀ ਉਹ 'ਚ ਇੱਕ ਪਲੀ ਲਈ ਗਈ, ਦਲੀਲ ਦਿੱਤੀ ਗਈ ਕਿ ਇਹ ਪੰਚਾਇਤਾਂ ਚੋਣ ਤੋਂ ਪਹਿਲਾਂ ਵੋਟਾਂ ਲੈਣ ਲਈ ਪੈਸੇ ਖਰਚ ਸਕਦੀਆਂ, ਸਰਕਾਰੀ ਪੈਸੇ ਨੂੰ ਬਚਾਉਣ ਦਾ ਇੱਕ ਉਪਰਾਲਾ ਕੀਤਾ ਗਿਆ। ਇਹਦਾ ਮਤਲਬ ਫਿਰ ਤਾਂ ਵਿਧਾਨ ਸਭਾ ਤੋਂ ਪਹਿਲਾਂ ਸਰਕਾਰ 6 ਮਹੀਨੇ ਪਹਿਲਾਂ ਭੰਗ ਕਰ ਦੇਣੀ ਚਾਹੀਦੀ ਹੈ ਕਿ ਉਹ ਵੀ ਨਾ ਜਿੰਨੇ ਮਗਰਲੇ 6 ਮਹੀਨਿਆਂ 'ਚ ਫੈਸਲੇ ਸਾਰੀਆਂ ਸਰਕਾਰਾਂ ਕਰਦੀਆਂ। ਇਹਦਾ ਮਤਲਬ ਹੈ ਕਿ ਆਪਣੇ ਵਾਰੀ ਮੀਆਂ ਮਿੱਠੂ ਤੇ ਦੂਜਿਆਂ ਵਾਰੀ ਹੈ ਨਾ। ਚਲੋ ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਉਹ ਜਿਹੜਾ ਪੰਚਾਇਤਾਂ ਨੇ ਉਹ ਉਸ ਪੈਸੇ ਦੀ ਦੁਰਵਰਤੋਂ ਕਰ ਸਕਦੀਆਂ, ਤਾਂ ਉਹਨਾਂ ਦਾ ਅਧਿਕਾਰ ਹੈ ਉਦੋਂ ਤੱਕ ਤਾਂ ਉਹ ਜਨਵਰੀ ਤੱਕ ਕੋਈ ਵੀ ਫੈਸਲਾ ਲੈ ਸਕਦੀਆਂ ਨੇ। ਜਨਵਰੀ ਤੱਕ ਫੈਸਲੇ ਲੈਣ ਦੇ ਅਧਿਕਾਰ ਹੀ ਉਹਨਾਂ ਕੋਲੇ ਨੇ। ਤਾਂ ਤੁਸੀਂ ਮਤਲਬ ਇਸ ਤਰ੍ਹਾਂ ਦੇ ਮਤਲਬ ਉਹਨਾਂ ਨੂੰ ਭੰਗ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ? ਜਾਂ ਤਾਂ ਜਿਹੜੀ ਪੰਚਾਇਤ ਤੁਹਾਨੂੰ ਲੱਗਦਾ ਹੈ ਕਿ ਏਦਾਂ ਨਜਾਇਜ਼ ਕਰ ਰਹੀ ਹੈ ਤੁਸੀਂ ਉਹਦੇ ਖਿਲਾਫ ਕੇਸ ਕਰ ਦਿਓ। ਇਹਦਾ ਮਤਲਬ ਇਹ ਥੋੜੀ ਕਿ ਤੁਸੀਂ 13 ਦੀਆਂ 13,000 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਫੈਸਲਾ ਲਓ। ਇਹ ਚੁਣੀ ਇੱਕ ਪਾਸੇ ਜਦੋਂ ਆਪਾਂ ਇਹ ਗਵਰਨਰ ਸਾਹਿਬ ਨਾਲ ਲੜਾਈ ਲੜਦੇ ਹਾਂ ਉਦੋਂ ਤਾਂ ਆਪਾਂ ਕਹਿੰਦੇ ਹਾਂ ਵੀ ਯਾਰ ਚੁਣੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਗਵਰਨਰ ਸਾਹਿਬ ਹਸਤਕਸ਼ੇਪ ਕਰ ਰਹੇ ਹੈ। ਤੇ ਆਪਾਂ ਵੀ ਤਾਂ ਚੁਣੀ ਹੋਈ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਦੇ ਵਿੱਚ ਇੱਕ ਤਰ੍ਹਾਂ ਦਾ ਸਿੱਧਾ ਹਸਤਕਸ਼ੇਪ ਹੀ ਹੈ ਨਾ ਕਿ ਤੁਸੀਂ ਉਹਨੂੰ ਭੰਗ ਹੀ ਕਰ ਦਿਓ। ਰਾਜਪਾਲ ਨੇ ਤਾਂ ਹਜੇ 356 ਦੀ ਅਨੁਸ਼ੰਸਾ ਕੀਤੀ ਹੋਈ ਨਹੀਂ ਹੈਗੀ, ਪਰ ਤੁਸੀਂ ਤਾਂ ਸਿੱਧਾ ਸਿੱਧਾ ਕਰ ਨਹੀਂ ਦਿੱਤੀ, ਲਾਗੂ ਹੀ ਕਰਤਾ। ਮਤਲਬ ਦੋਨੋਂ ਚੀਜ਼ਾਂ 'ਚ ਤੁਸੀਂ ਦੇਖੋ ਵੀ ਜਦੋਂ ਤਾਂ ਤੁਹਾਡੇ ਉੱਤੇ ਫੈਸਲਾ ਲੈਣ ਦੀ ਆਈ ਗੱਲ ਤਾਂ ਤੁਸੀਂ ਉਹ ਭੰਗ ਕਰਤੀਆਂ। ਇੱਕ ਤਰ੍ਹਾਂ ਦਾ 356 ਹੀ ਹੈ ਨਾ ਇਹ ਜਿਹੜੀ ਪੰਚਾਇਤਾਂ ਦੇ ਉੱਤੇ ਤੁਸੀਂ ਲਗਾਤੀ। ਤੇ ਦੂਜੇ ਪਾਸੇ ਜਦੋਂ ਗਵਰਨਰ ਸਾਹਿਬ ਇਸੇ ਤਰ੍ਹਾਂ ਦੀ ਕੋਈ ਧਮਕੀ ਦਿੰਦੇ ਆ ਤਾਂ ਆਪਾਂ ਕਹਿ ਰਹੇ ਹਾਂ ਜੀ ਵੀ ਜਿਹੜੀ ਇਹ ਲੋਕਤੰਤਰ ਦੀ ਹੱਤਿਆ ਹੈ ਤੇ ਇੰਨੇ ਬਹੁਮਤ ਨਾਲ ਚੁਣੀ ਹੋਈ ਸਰਕਾਰ ਦੇ ਉੱਤੇ ਇਸ ਕਿਸਮ ਦੀ ਜਿਹੜੀ ਹੈਗੀ ਹੈ ਉਹ 356 ਲਗਾਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਹ ਠੀਕ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਦੋਨੋਂ ਚੀਜ਼ਾਂ ਦੇ ਵਿੱਚ ਬੁਨਿਆਦੀ ਫਰਕ ਕੋਈ ਨਹੀਂ ਹੈਗਾ, ਲੇਕਿਨ ਬਸ ਫੈਸਲਾ ਲੈਣ ਦੇ ਵਿੱਚ ਥਾਂ ਅਲੱਗ-ਅਲੱਗ ਹੈ। ਇੱਕ ਪਾਸੇ ਇੱਕ ਟਾਈਪ ਤੇ ਸੀਐਮ ਗਵਰਨਰ ਸਾਹਿਬ ਦੀ ਜਗ੍ਹਾ ਤੇ ਖੜੇ ਨੇ, ਇੱਕ ਪਾਸੇ ਉਹ ਮੁੱਖ ਮੰਤਰੀ ਦੀ ਜਗ੍ਹਾ ਖੜੇ ਨੇ। ਸੋ ਬਸ ਦੋਨਾਂ ਦੇ ਵਿੱਚ ਫਰਕ ਸਿਰਫ ਇੰਨਾ ਕੀ ਹੈ। ਭਾਸਕਰ ਸਾਹਿਬ ਅਗਲੀ ਗੱਲ ਤੇ ਚੱਲੀਏ। ਜੇ ਤੁਸੀਂ ਟਿੱਪਣੀ ਚਾਹੋ ਦੇਣੀ ਤਾਂ ਮੋਸਟ ਵੈਲਕਮ, ਅਦਰਵਾਈਜ਼ ਜਿਹੜਾ ਕੋਟਕਪੂਰਾ ਗੋਲੀकांड ਸੀਗਾ ਉਸ ਮਾਮਲੇ 'ਚ ਇੱਕ ਤੀਜੀ ਚਾਰਜਸ਼ੀਟ ਦਾਖਲ ਹੋਈ ਕੱਲ, ਔਰ ਉਹਦੇ ਵਿੱਚ ਜਿਹੜੇ ਐਵੀਡੈਂਸਸ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਉਹ ਪੇਜਸ ਨੇ, ਉਹਦੇ ਵਿੱਚ ਪੁਰਾਣੇ ਮੁਲਜ਼ਮ ਬਣਾਏ ਗਏ ਲੋਕਾਂ ਦੇ ਖਿਲਾਫ ਹੋਰ ਦਸਤਾਵੇਜ਼ੀ ਸਬੂਤ ਦੱਸੇ ਜਾਂਦੇ ਨੇ। ਇੱਕ ਤਾਂ ਇਹ, ਦੂਜਾ ਇਹਦੇ ਨਾਲ ਸੰਬੰਧਿਤ ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੰਟਰਵਿਊ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਉਹ ਵੀ ਕਾਫੀ ਅਹਿਮ ਆ। ਚੀਜ਼ਾਂ ਨੂੰ ਜੋੜਨ ਬਿਨਾਂ ਗੱਲ ਬਣਦੀ ਨਹੀਂ। ਤੇ ਤੀਜਾ ਮਾਮਲਾ ਵੀ ਕੁੰਵਰ ਵਿਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਨਾਲ ਨੈਕਸਸ ਦੀ ਗੱਲ ਕਰ ਰਹੇ ਸੀ, ਗੈਂਗਸਟਰਸ ਦੀ, ਔਰ ਪੁਲਿਸ ਦੇ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਤਬਾਦਲੇ ਹੋਏ ਨੇ, ਉਹਦੇ ਉੱਤੇ ਉਹ ਟਿੱਪਣੀ ਕਰ ਰਹੇ ਸੀ। ਉਹਨਾਂ ਨੂੰ ਉਲਟਾ ਇੱਕ ਸਮਾਜ ਵੱਲੋਂ ਘੇਰੇ 'ਚ ਲਿਆ ਗਿਆ। ਇਹ ਸਾਰੀਆਂ ਗੱਲਾਂ ਇਕੱਠੀਆਂ ਅੱਗੇ ਵਧਾ ਦਿਓ। ਪੰਚਾਇਤਾਂ ਦੇ ਮਾਮਲੇ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਰਕਾਰ ਕੋਰਟ ਦੇ ਵਿੱਚ ਸਿਰਫ ਉਸ ਨੋਟੀਫਿਕੇਸ਼ਨ ਨੂੰ ਜਨਹਿਤ ਵਿੱਚ ਜਾਰੀ ਕਹਿ ਕੇ ਆਪਣਾ ਗੁਜ਼ਾਰਾ ਨਹੀਂ ਕਰ ਸਕਦੀ, ਕਿਉਂਕਿ ਜਿਸ ਤਰੀਕੇ ਨਾਲ ਪੰਚਾਇਤਾਂ ਦੀ ਕੰਪਲੇਂਟਾਂ ਆ ਰਹੀ ਹੈ, ਜਿਹੜਾ ਯੂਸਿਸ ਚਾਹੀਦੇ ਹੁੰਦੇ ਯੂਟਿਲਿਟੀ ਸਰਟੀਫਿਕੇਟ ਜਾਂ ਯੂਟਿਲਾਈਜੇਸ਼ਨ ਸਰਟੀਫਿਕੇਟ, ਉਹ ਉਹਨਾਂ ਪੰਚਾਇਤਾਂ ਨੂੰ, ਉਹਨਾਂ ਸਰਪੰਚਾਂ ਨੂੰ, ਪੰਚਾਂ ਨੂੰ ਨਹੀਂ ਦਿੱਤੇ ਜਾ ਰਹੇ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਵਿਰੋਧੀ ਪਾਰਟੀਆਂ, ਹੁਣ ਕਿਉਂਕਿ ਵਿਰੋਧੀ ਪਾਰਟੀਆਂ ਦੂਜੀ ਹੈਗੀ ਹੈ, ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਤੇ ਕਨੈਕਸ਼ਨ ਸੀਗੇ। ਇਸ ਤਰੀਕੇ ਨਾਲ ਉਹਨਾਂ ਸਰਪੰਚਾਂ ਨੂੰ ਇਲੈਕਸ਼ਨ ਲੜਨ ਤੋਂ ਡਿਬਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਕੋਲ ਅਗਰ ਯੂਸਿਸ ਨਹੀਂ ਹੋਣਗੇ ਤੇ ਉਹ ਫਿਰ NOC ਵੀ ਉਹਨਾਂ ਨੂੰ ਨਹੀਂ ਮਿਲੇਗਾ। ਹੁਣ ਗੱਲ ਕਰੀਏ ਆਪਾਂ ਉਹ ਜਿਹੜੇ ਕੋਟਕਪੂਰਾ ਵਾਲੇ ਕੇਸ ਦੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਹੋਣ ਦੀ, ਉਹੀ ਅਕਿਊਜ਼ ਜਿਹੜੇ ਵਿੱਚ ਪੁਲਿਸ ਅਫਸਰ ਵੀ ਹੈਗੇ ਨੇ, ਪੋਲੀਟੀਸ਼ੀਅਨਸ ਵੀ ਹੈਗੇ ਨੇ, ਉਹਨਾਂ ਦੇ ਖਿਲਾਫ ਕੁਝ ਹੋਰ ਸਬੂਤਾਂ ਦੇ ਨਾਲ SIT ਅੱਗੇ ਵੱਧਦੀ ਨਜ਼ਰ ਆਈ ਜਦ ਉਹਨਾਂ ਨੇ ਸਪਲੀਮੈਂਟਰੀ ਚਲਾਨ ਪੇਸ਼ ਕੀਤਾ। ਦੂਜੇ ਪਾਸੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਕੀਤੀ, ਤੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਜਿਨ੍ਹਾਂ ਦੇ ਖਿਲਾਫ 7 ਦੇ ਕਰੀਬ ਵਿਟਨੈਸ ਕੋਰਟ ਦਾ ਦਰਵਾਜ਼ਾ ਖਟਖਟਾ ਕੇ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਠੀਕ ਨਹੀਂ ਸੀ ਔਰ ਗਵਾਹਾਂ ਨੂੰ ਅਕਿਊਜ਼ ਬਣਾ ਦਿੱਤਾ ਗਿਆ ਔਰ ਅਕਿਊਜ਼ ਨੂੰ ਗਵਾਹ ਬਣਾ ਦਿੱਤਾ ਗਿਆ। ਉਹਨਾਂ ਸਾਰੇ ਮੁੱਦੇ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਆਪਣਾ ਦਰਦ ਉਹ ਇੱਕ ਇੰਟਰਵਿਊ ਦੇ ਵਿੱਚ ਵੰਡਦੇ ਹੋਏ ਨਜ਼ਰ ਆਏ, ਇੱਕ ਤਰੀਕੇ ਨਾਲ ਸਾਂਝਾ ਕਰਦੇ ਹੋਏ ਨਜ਼ਰ ਆਏ, ਜਦ ਇਹ ਕਹਿੰਦੇ ਨੇ ਕਿ ਆਹੀ ਜਿਹੜੇ ਵਿਟਨੈਸ ਹੈਗੇ ਨੇ ਜਾਂ ਫਿਰ ਕੰਪਲੇਨੈਂਟ ਹੈਗੇ ਨੇ, ਯਾਨੀ ਸੁਖਰਾਜ ਸਿੰਘ ਦੀ ਤਰਫ ਉਹਨਾਂ ਦਾ ਇਸ਼ਾਰਾ ਸੀਗਾ ਕਿ ਜੋ ਕਦੀ ਉਹਨਾਂ ਦੇ ਕੋਲ ਇਨਵੈਸਟੀਗੇਸ਼ਨ ਵਾਸਤੇ, ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਵਾਸਤੇ ਆਉਂਦੇ ਸੀਗੇ, ਅੱਜ ਉਹਨਾਂ ਦੇ ਖਿਲਾਫ ਹੀ ਇੱਕ ਸਾਜ਼ਿਸ਼ ਦੇ ਤਹਿਤ ਕੋਈ ਬਿਆਨਬਾਜ਼ੀ ਕਰ ਰਹੇ ਨੇ। ਪਰ ਨਾਲ ਦੇ ਨਾਲ ਕੁਝ ਪੁਲਿਸ ਆਫੀਸਰਸ ਦੇ ਉੱਤੇ ਵੀ ਜਿਹੜੇ SIT ਦੇ
ਇੱਕ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦੇ ਉੱਤੇ ਵੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਬਾਈ ਨੇਮ ਉਂਗਲੀਆਂ ਉਠਾਉਂਦੇ ਹੋਏ ਨਜ਼ਰ ਆਏ, ਜੋ ਕਿ ਮੈਨੂੰ ਲੱਗਦਾ ਹੈ ਕਿ ਅੱਗੇ ਚੱਲ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਜਾਂ ਫਿਰ ਇਸ ਕੇਸ ਦੇ ਨਾਲ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਸ਼ੁਰੂ ਤੋਂ ਜੁੜੇ ਹੋਏ ਨੇ ਵਿਧਾਨ ਸਭਾ ਦੀ ਅੰਦਰ ਤੇ ਵਿਧਾਨ ਸਭਾ ਦੇ ਬਾਹਰ, ਅਕਸਰ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਉਠਾਉਂਦੇ ਹੋਏ ਨਜ਼ਰ ਆਉਂਦੇ, ਉਹਨਾਂ ਨੇ ਉਹਨਾਂ ਸਵਾਲਾਂ ਦੇ ਘੇਰੇ ਨੂੰ ਹੋਰ ਵੱਡਾ ਕਰ ਲਿਆ ਉਸ ਇੰਟਰਵਿਊ ਦੇ ਵਿੱਚ। ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਹੀ ਆਪਣੇ ਪੁਲਿਸ ਦੇ ਸਾਥੀ ਕਿਸ ਤਰੀਕੇ ਨਾਲ ਇੱਕ ਪਾਰਟੀ ਦੇ ਵਿੱਚ 2 DSP ਤੇ 5 ਪੁਲਿਸ ਵਾਲੇ, ਪੁਲਿਸ ਦੇ ਇੰਸਪੈਕਟਰ ਉੱਥੇ ਸ਼ਾਮਲ ਹੁੰਦੇ ਨੇ। ਉਸ ਤੋਂ ਬਾਅਦ ਆਪਣੀ ਹੀ ਪੁਲਿਸ, ਆਪਣੇ ਸੂਬੇ ਦੀ ਪੁਲਿਸ, ਆਪਣੀ ਸਰਕਾਰ ਦੀ ਪੁਲਿਸ ਦੇ ਉੱਤੇ ਗੈਂਗਸਟਰਾਂ ਦੇ ਨਾਲ ਲਿੰਕ ਹੋਣ ਦੀ ਇੱਕ ਐਲੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਉਹਨਾਂ ਲਾਉਂਦੇ ਨੇ। ਉਸ ਤੋਂ ਬਾਅਦ ਭਾਵੇਂ 2 DSP ਤੇ 5 ਇੰਸਪੈਕਟਰਾਂ ਦੇ ਖਿਲਾਫ ਐਕਸ਼ਨ ਹੋ ਜਾਂਦਾ ਹੈ, ਪਰ ਨਾਲ ਦੇ ਨਾਲ ਉਹ ਵਾਲਮੀਕੀ ਜਿਹੜੀ ਐਸੋਸੀਏਸ਼ਨ ਹੈਗੀ ਹੈ, ਜਿਹਦੇ ਪ੍ਰਧਾਨ ਕਹੀਏ ਕੁਮਾਰ ਦਰਸ਼ਨ, ਜਿਨ੍ਹਾਂ ਦੇ ਬਰਥਡੇ ਦੀ ਪਾਰਟੀ ਹੁੰਦੀ ਹੈ, ਉਹ ਤੇ ਉਹਨਾਂ ਦੇ ਸਾਥੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਉੱਤੇ ਐਲੀਗੇਸ਼ਨ ਲਾਉਂਦੇ ਨੇ ਕਿ ਗਰੀਬ ਆਦਮੀਆਂ ਨੂੰ ਵੱਡੇ ਹੋਟਲ ਦੇ ਵਿੱਚ ਕੋਈ ਪਾਰਟੀ ਕਰਦੇ ਹੋਇਆ ਨਹੀਂ ਦੇਖ ਸਕਦੇ। ਉਹ ਇਹ ਵੀ ਮੰਗ ਕਰਦੇ ਨੇ SC ST ਐਕਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਖਿਲਾਫ ਕੇਸ ਕੀਤਾ ਜਾਏ, ਔਰ ਉਹਨਾਂ ਦੇ ਆਪਣੇ ਕੁਲੀਗ ਰਹਿ ਚੁੱਕੇ ਪੁਲਿਸ ਅਫਸਰ ਉਹ ਵੀ ਕੁਝ ਚੰਗੇ ਰੂਪ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਉਠਾਈ ਹੋਈ ਗੱਲ ਨੂੰ ਨਹੀਂ ਦੇਖ ਰਹੇ। ਇਹ ਹੁਣ ਮਾਮਲਾ ਅੱਗੇ ਵੱਧ ਗਿਆ, ਹਾਲਾਂਕਿ ਇਹ ਕਾਸਟਿਜ਼ਮ ਵਾਲੀ ਸਾਈਡ ਤੇ ਮੁੱਦਾ ਵਧਿਆ ਤੇ ਹੈ, ਪਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਖਿਲਾਫਤ ਹੁਣ ਉਹਨਾਂ ਦੇ ਆਪ ਦੇ ਲੋਕ ਵੀ ਕਰਨ ਲੱਗ ਗਏ ਨੇ, ਇਹ ਵੀ ਗੱਲ ਸਾਹਮਣੇ ਆਈ। ਔਰ ਖਾਸ ਕਰਕੇ ਉਹ ਕੁਲੀਗ ਜਿਨ੍ਹਾਂ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਡਟ ਕੇ ਔਰ ਵਧੀਆ ਤਰੀਕੇ ਨਾਲ ਲੀਡ ਵੀ ਕੀਤਾ ਤੇ ਕੰਮ ਵੀ ਕੀਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਥੋੜੀ ਜਿਹੀ ਅੱਗੇ ਵੱਧ ਰਹੀ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਦਿੱਲੀ ਦੇ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਹਲਕਿਆਂ ਦੇ ਵਿੱਚ ਵਿਚਾਰੇ ਜਾ ਰਹੇ ਨੇ, ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹਨਾਂ ਖਬਰਾਂ ਦੀ ਪੁਸ਼ਟੀ ਕਰਨੀ ਥੋੜੀ ਜਿਹੀ ਔਖੀ ਹੈ, ਪਰ ਇਹ ਗੱਲ ਆਮ ਕਈ ਪਾਸਿਆਂ ਤੋਂ ਆਈ ਕਿ ਕੁੰਵਰ ਵਿਜੇ ਪ੍ਰਤਾਪ ਦਾ ਨਾਂ, ਕਿਉਂਕਿ ਉਹ ਜਦੋਂ ਲਿਆਂਦੇ ਗਏ ਸੀ ਤਾਂ ਉਦੋਂ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ ਦੇ ਲੀਡਰ ਵਜੋਂ ਹੀ ਅੱਗੇ ਵਧਾਏ ਗਏ ਸੀ। ਫਿਰ ਉਹਨਾਂ ਨੇ ਇੱਕ ਵੱਡੀ ਕੁਰਬਾਨੀ ਵੀ ਕੀਤੀ ਸੀ, ਨੌਕਰੀ ਛੱਡੀ ਸੀਗੀ, ਔਰ ਉਹਨਾਂ ਕੋਲ ਕਈ ਤਰ੍ਹਾਂ ਦੀਆਂ ਆਫਰਸ ਵੀ ਸੀਗੀਆਂ ਪਾਰਟੀਆਂ ਵੱਲੋਂ, ਪਰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਫਿਰ ਹੌਲੀ ਹੌਲੀ ਉਹ ਹਾਸ਼ੀਏ ਤੇ ਚਲੇ ਗਏ, ਪਤਾ ਨਹੀਂ ਕਿਉਂ ਆਮ ਆਦਮੀ ਪਾਰਟੀ ਦੀ ਮੇਨ ਸਟ੍ਰੀਮ ਦੇ ਵਿੱਚ ਉਹ ਨਜ਼ਰ ਨਹੀਂ ਆਏ। ਪਿਛਲੇ ਦਿਨਾਂ 'ਚ ਇਹ ਗੱਲ ਸੀ ਕਿ ਉਹਨਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨ ਲਈ ਕੁਝ ਲੋਕ ਮਿਡਲਮੈਨ ਦੀ ਭੂਮਿਕਾ ਨਿਭਾ ਰਹੇ ਨੇ, ਕੁਝ ਲੋਕ ਸੁਪਰੀਮੋ ਨਾਲ ਜਾਂ ਪਾਰਟੀ ਮਾਮਲਿਆਂ ਨੂੰ ਦੇਖਣ ਵਾਲੇ ਵਿਅਕਤੀਆਂ ਨਾਲ ਇਹ ਗੱਲਬਾਤ ਕਰ ਰਹੇ ਨੇ ਕਿ ਸਰਕਾਰ ਦਾ ਅਕਸ ਬਿਹਤਰ ਕਰਨ ਲਈ, ਹੋਰ ਬਿਹਤਰ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਗਵਰਨਮੈਂਟ ਦਾ ਹਿੱਸਾ ਬਣਾਇਆ ਜਾਵੇ। ਪਰ ਇਸ ਕਵਾਇਦ ਤੋਂ ਬਾਅਦ ਜਿਹੜੀ ਹੁਣ ਚੱਲੀ ਹੈ, ਜੇਕਰ ਉਹਨਾਂ ਦੇ ਖਿਲਾਫ ਇੱਕ ਮੂਵਮੈਂਟ ਜੀ ਜਿਵੇਂ ਬਣਾਈ ਜਾਣ ਦੀ ਕੋਸ਼ਿਸ਼ ਹੋ ਰਹੀ ਆ, ਖਾਸ ਤੌਰ ਤੇ ਇਸ ਵਾਲਮੀਕੀ ਸਮਾਜ ਵੱਲੋਂ, ਤਾਂ ਇਹ ਕੁੰਵਰ ਵਿਜੇ ਪ੍ਰਤਾਪ ਲਈ ਕਾਫੀ ਮੁਸ਼ਕਲ ਹੋ ਸਕਦਾ ਹੈ। ਇੰਦਰਪ੍ਰੀਤ ਜੀ, ਇੱਥੇ ਇੱਕ ਛੋਟੀ ਜਿਹੀ ਟਿੱਪਣੀ ਜ਼ਰੂਰ ਦੇ ਦਿਓ, ਫਿਰ ਮੈਂ ਤੁਹਾਡੇ ਕੋਲ ਜਿਹੜਾ ਮੇਨ ਮਾਮਲਾ ਮੁਆਵਜ਼ੇ ਦਾ ਉਹਦੇ ਉੱਤੇ ਜਾਣਾ ਹੈ। ਕੇਂਦਰ ਨੇ ਕੋਈ ਢਿੱਲ ਦਿੱਤੀ ਆ, ਲੋਕਾਂ ਨੂੰ ਕੋਈ ਰਾਹਤ ਮਿਲ ਜੂਗੀ, ਸਰਕਾਰ ਕੋਈ ਇਹਦੇ ਤੇ ਬਿਹਤਰ ਤਰੀਕੇ ਨਾਲ ਅੱਗੇ ਵੱਧ ਪਾਊਗੀ, ਕਿਉਂਕਿ ਬਹੁਤ ਆਲੋਚਨਾ ਦਾ ਸਾਹਮਣਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਛੋਟੇ ਛੋਟੇ ਪ੍ਰੋਗਰਾਮ ਕਰਕੇ ਗਵਰਨਮੈਂਟ ਦੇ ਉੱਤੇ ਨਜ਼ਰਾਂ ਸੁੱਟ ਰਹੀਆਂ ਕਿ ਇਹ ਕੁਝ ਵੀ ਕਰਨ ਦੇ ਸਮਰੱਥ ਨਹੀਂ, ਇਹ ਮੁਰਗੀ ਬੱਕਰੀ ਤਾਂ ਕੀ, ਇਹ ਤਾਂ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਲਈ ਜੈਨੂਅਨ ਤਿਆਰ ਨਹੀਂ। ਤੇ ਹੁਣ ਜਿਹੜੀ ਇਹ ਗੱਲ ਹੋਈ ਆ, ਇਹਨੂੰ ਆਪਾਂ ਕਿਵੇਂ ਦੇਖੀਏ, ਕੁਝ ਰਾਹਤ ਮਿਲੀ ਆ, ਉਹ ਸਭ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਵਾਲਾ। ਰੰਧਾਵਾ ਸਾਹਿਬ, ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤੁਸੀਂ ਕਹਿ ਰਹੇ ਹੋ ਕਿ ਮੰਤਰੀ ਮੰਡਲ 'ਚ ਲਿਆਉਣ ਦੀਆਂ ਕਨਸੋਆਂ ਹੈਗੀਆਂ ਨੇ ਜਾਂ ਗੱਲਬਾਤ ਚੱਲ ਰਹੀ ਹੈ, ਤਾਂ ਮੈਨੂੰ ਉਹ ਸਿਰਫ ਇਹ ਲੱਗਦਾ ਕਿ ਪਾਰਟੀ ਹਾਈਕਮਾਂਡ ਸਿਰਫ ਭਗਵੰਤ ਮਾਨ ਦਾ ਕੱਦ ਕਿਤੇ ਹੋਰ ਜ਼ਿਆਦਾ ਉੱਚਾ ਨਾ ਹੋ ਜਾਏ ਕਿ ਉਹ ਪਾਰਟੀ ਦੇ ਸੁਪਰੀਮੋ ਤੋਂ ਵੀ ਉੱਪਰ ਚਲਾ ਜਾਏ। ਮੈਨੂੰ ਲੱਗਦਾ ਕਿ ਸ਼ਾਇਦ ਉਸੇ ਨੂੰ ਕਰਟੇਲ ਕਰਨ ਦੇ ਇੱਕ ਇਰਾਦੇ ਨਾਲ ਇਸ ਤਰ੍ਹਾਂ ਦਾ ਸੋਚ ਰਹੀ ਹੋਏਗੀ ਜਾਂ ਕਰ ਰਹੀ ਹੋਏਗੀ। ਇਹ ਲੱਗ ਰਿਹਾ ਕਿ ਅਦਰਵਾਈਜ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਜਿਸ ਤਰ੍ਹਾਂ ਵੈਸੇ ਤਾਂ ਉਹਨਾਂ ਨੇ ਕਿਹਾ ਸੀਗਾ ਅਰਵਿੰਦ ਕੇਜਰੀਵਾਲ ਨੇ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਤੁਸੀਂ ਇਹਨੂੰ MLA ਬਣਾਓ, ਗ੍ਰਹਿ ਮੰਤਰੀ ਤਾਂ ਮੈਂ ਖੁਦ ਹੀ ਬਣਾ ਦੂੰਗਾ। ਸੋ ਇਹ ਵਾਅਦਾ ਉਹਨਾਂ ਦਾ ਹਜੇ ਤੱਕ ਅਟਕਿਆ ਹੋਇਆ, ਹਜੇ ਤੱਕ ਮਤਲਬ ਉਹਨਾਂ ਨੇ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ। ਤੇ ਮੈਨੂੰ ਲੱਗਦਾ ਕਿ ਉਸ ਥੋੜੀ ਜਿਹੜੀ ਉਹਦੀ ਜਿਹੜੀ ਇੱਕ ਟੀਸ ਹੁੰਦੀ ਹੈ ਉਹ ਕੁੰਵਰ ਵਿਜੇ ਪ੍ਰਤਾਪ ਦੇ ਅੰਦਰ ਵੀ ਹੈ। ਇਸ ਕਰਕੇ ਗਾਏ ਬਗਾਏ ਉਹ ਕਈ ਵਾਰ ਸਰਕਾਰ ਨੂੰ, ਆਪਣੀ ਹੋਈ ਸਰਕਾਰ ਨੂੰ ਕਟਘਰੇ 'ਚ ਵੀ ਖੜਾ ਕਰਵਾਈ ਦਿੰਦੇ ਆ ਇੱਧਰੋਂ ਉੱਧਰੋਂ ਗੱਲਾਂ ਕਰਕੇ। ਸੋ ਦੋਨੋਂ ਗੱਲਾਂ ਮੈਨੂੰ ਇਹ ਲੱਗ ਰਹੀਆਂ ਨੇ ਕਿ ਇੱਕ ਤਾਂ ਸ਼ਾਇਦ ਜਦੋਂ ਏਦਾਂ ਲੱਗਦਾ ਹੁੰਦਾ ਕਿ ਇੱਕ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਉੱਪਰ ਜਾਈ ਜਾ ਰਿਹਾ ਹੈ, ਇਹਨੂੰ ਯਾਰ ਇਹਦੇ ਪਰ ਕੁਤਰੋ ਥੋੜੇ ਜਿਹੇ ਤਾਂ ਕਿ ਥੱਲੇ ਹੀ ਰਹੇ, ਤਾਂ ਮੈਨੂੰ ਲੱਗਦਾ ਕਿ ਉਹ ਵਾਲਾ ਤਾਂ ਇਹ ਜਦੋਂ ਏਦਾਂ ਦੀ ਗੱਲ ਛੇੜਦੇ ਨੇ ਤਾਂ
ਚਾਹੇ ਉਹ ਨਾ ਵੀ ਲੈ ਕੇ ਆਓ ਤੁਸੀਂ, ਲੇਕਿਨ ਇਦਾਂ ਦੀ ਗੱਲ ਛੇੜ ਕੇ ਜ਼ਰੂਰ ਉਹ ਉਹਨੂੰ ਇੱਕ ਟਿਕਾਣੇ ਤੇ ਰੱਖ ਲੈਂਦੇ ਆ। ਦੂਸਰੀ ਗੱਲ ਜਿਹੜੀ ਤੁਸੀਂ ਮੁਆਵਜ਼ੇ ਇਹਦੇ ਚ ਇੱਕ ਛੋਟੀ ਜੀ ਗੱਲ ਬੜੀ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏਸ ਦੇ ਵਿੱਚੋਂ ਕੋਈ ਵੀ ਵਿਅਕਤੀ ਇਹੋ ਜਿਹਾ ਨਹੀਂ ਜਿਹਨੂੰ ਮੰਤਰੀ ਬਣਾਇਆ ਜਾਵੇ ਤੇ ਉਹ ਵਿਅਕਤੀਗਤ ਤੌਰ ਤੇ ਆਪਣੀ ਹੋਂਦ ਹਸਤੀ ਨਾਲ ਪੇਸ਼ ਹੋ ਸਕੇ। ਜੇ ਤੁਸੀਂ ਹੁਣ ਵਾਲੇ ਸਾਰੇ ਮੰਤਰੀਆਂ ਨੂੰ ਦੇਖਦੇ ਹੋ, ਉਹਨਾਂ ਤੋਂ ਤੇ ਜਿਹੜੇ ਬਾਕੀ ਜਿਹੜੇ ਬਣਾਏ ਜਾ ਸਕਣ ਵਾਲਿਆਂ ਦੀ ਲਿਸਟ ਬਣਾਈ ਜਾਵੇ, ਮੈਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਐਕਸੈਪਸ਼ਨ ਹੈ। ਜੇਕਰ ਉਹ ਵਿਅਕਤੀ ਮੰਤਰੀ ਮੰਡਲ ਚ ਹੋਊਗਾ ਤੇ ਇੱਕ ਵਿਰੋਧੀ ਸੁਰ ਲਗਾਤਾਰ ਚੱਲਦੀ ਰਹੂਗੀ ਔਰ ਆਪ ਮੁਹਾਰੇ ਚੱਲੂਗੀ। ਮਤਲਬ ਜੇ ਉਹ ਐਡਜਸਟ ਹੋਣਾ ਵੀ ਚਾਹਣ, ਉਹਨਾਂ ਦੀ ਪੈੜ ਚ ਪੈਰ ਰੱਖਣਾ ਵੀ ਚਾਹਣ, ਤਾਂ ਵੀ ਕੁੰਵਰ ਵਿਜੇ ਪ੍ਰਤਾਪ ਤੋਂ ਰੱਖੀ ਨਹੀਂ ਜਾਣੀ, ਕਿਉਂਕਿ ਉਹਨਾਂ ਦਾ ਸੁਭਾਅ ਹੈ। ਸੋ ਮੈਨੂੰ ਲੱਗਦਾ ਕਿ ਇਹ ਇੱਕ ਬੜੀ ਦੂਰ ਦੀ ਕੌਡੀ ਸੀ ਤੇ ਮੈਨੂੰ ਲੱਗਦਾ ਕੌਡੀ ਹੋਣ ਲੱਗ ਪਈ। ਚਲੋ ਹੁਣ ਤੁਸੀਂ ਅੱਗੇ ਚੱਲੋ। ਮੈਂ ਬਿਲਕੁਲ ਠੀਕ ਗੱਲ ਹੈ। ਦੇਖੋ, ਦੋ ਗੱਲਾਂ ਨੇ ਰੰਧਾਵਾ ਸਾਹਿਬ ਦੇ ਵਿੱਚ ਕਿ ਇੱਕ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਕਿਹਾ ਗਿਆ ਕਿ ਅਸੀਂ ਇਹਨੂੰ ਹੋਮ ਮਿਨਿਸਟਰ ਬਣਾਵਾਂਗੇ ਅਰਵਿੰਦ ਕੇਜਰੀਵਾਲ ਨੂੰ ਇਲੈਕਸ਼ਨ ਦੌਰਾਨ ਆਪਾਂ ਬਹੁਤ ਗੱਲਾਂ ਕਰਦੇ ਹਾਂ ਤੇ ਮੈਂ ਵੀ ਉਹਨਾਂ ਦੇ ਮਨ 'ਚ ਹੋਵੇ ਵੀ ਕਿ ਆਪਾਂ ਉਹਨਾਂ ਨੂੰ, ਕਿਉਂਕਿ ਪੁਲਿਸ ਸੇਵਾ 'ਚੋਂ ਆਏ ਹੋਏ ਆ, ਇਸ ਕਰਕੇ ਆਪਾਂ ਉਹਨੂੰ ਚੰਗੀ ਤਰ੍ਹਾਂ ਸਮਝਦੇ ਆ ਪੁਲਿਸ ਸੇਵਾ ਨੂੰ। ਤੇ ਵੈਸੇ ਵੀ ਓਕੂ ਦੇ ਉਹ ਚੀਫ ਵੀ ਰਹੇ ਨੇ, ਗੈਂਗਸਟਰਾਂ ਵਾਲੀ ਜਿਹੜੀ ਹੈਗੀ ਸੀਗੀ, ਔਰ ਕਾਫੀ ਉਹਨਾਂ ਨੇ ਕੰਮ ਵੀ ਕੀਤਾ ਉਦੋਂ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਟ ਫਿਰ ਵੀ ਮੈਂ ਇਹ ਕਹੂੰਗਾ ਕਿ ਉਹਨਾਂ ਨੂੰ ਅਗਰ ਲੈਣਾ ਵੀ ਹੈ ਤਾਂ ਹੋਮ ਤਾਂ ਘੱਟੋ ਘੱਟ ਉਹਨਾਂ ਨੂੰ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਜਿਹੜੇ ਮਹਿਕਮੇ 'ਚੋਂ ਤੁਸੀਂ ਆਏ ਹੋਵੋ ਤੇ ਉਦੋਂ ਤੁਹਾਡੇ ਬਹੁਤ ਸਾਰੇ ਕੁਲੀਗ ਤੁਹਾਡੇ ਨੇੜਲੇ ਵੀ ਹੁੰਦੇ ਤੇ ਬਹੁਤ ਸਾਰੇ ਤੁਹਾਡੇ ਵਿਰੋਧੀ ਵੀ ਹੁੰਦੇ ਆ, ਤਾਂ ਤੁਸੀਂ ਇੱਕ ਜਸਟੀਫਾਈ ਨਹੀਂ ਕਰ ਸਕਦੇ ਮਤਲਬ ਆਪਣੀ ਪੋਸਟ ਨੂੰ। ਨੈਚੁਰਲੀ ਤੁਸੀਂ ਬਾਇਸ ਤਾਂ ਫਿਰ ਉਸ ਤੇ ਹੋ ਹੀ ਜਾਂਦੇ ਹੋ। ਤੇ ਇੱਕ ਤਾਂ ਇਹ ਇਸ਼ੂ ਹੈ, ਚਲੋ ਇਹ ਤਾਂ ਜਦੋਂ ਆਏਗਾ, ਇਹ ਉਦੋਂ ਆਏਗਾ। ਇਹਦੇ ਚ ਇੱਕ ਤੱਥ ਬੋਲਦਾ, ਦੇਖੋ ਸੱਤਾ ਦੇ ਘੇਰਿਆਂ ਚ, ਬਿਊਰੋਕ੍ਰੇਸੀ ਦੇ ਘੇਰਿਆਂ ਚ, ਪੁਲਿਸ ਦੇ ਘੇਰਿਆਂ ਚ ਜਿੰਨੇ ਲੋਕ ਸਰਗਰਮ ਮੀਡੀਆ ਚ ਉਹਨਾਂ ਦੇ ਲਿੰਕ ਤਾਂ ਰਹਿੰਦੇ ਆ, ਨਿੱਜੀ ਵੀ ਅਫੀਸ਼ੀਅਲ ਵੀ ਰਹਿੰਦੇ ਆ। ਜਦੋਂ ਇਹ ਸਰਕਾਰ ਹੋਂਦ ਚ ਆਉਣੀ ਸੀ ਤੇ ਜਿਹੜੇ ਵਿਚਲੇ ਦਿਨ ਸੀ ਉਹਦੇ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਖਿਲਾਫਤ ਕਰਨ ਲਈ ਲੀਡਰਸ਼ਿਪ ਨੂੰ ਮਿਲਦੇ ਰਹੇ ਕਿ ਉਹਨਾਂ ਨੂੰ ਤੁਸੀਂ ਕਿਤੇ ਗ੍ਰਹਿ ਮੰਤਰੀ ਨਾ ਬਣਾ ਦਿਓ। ਉਹ ਘੇਰਾ ਸਾਰਾ ਯੂਨਾਈਟ ਹੋ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਤੁਸੀਂ ਬਾਕੀ ਜੋ ਮਰਜ਼ੀ ਕਰੋ, ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਗ੍ਰਹਿ ਮੰਤਰੀ ਨਹੀਂ ਬਣਾਉਣਾ। ਇਹ ਅੰਦਰੋਂ ਖਬਰਾਂ ਨਿਕਲ ਕੇ ਆਉਂਦੀਆਂ ਰਹੀਆਂ। ਸੋ ਖਮਿਆਜਾ ਭੁਗਤਣਾ ਪਿਆ। ਕੁੰਵਰ ਵਿਜੇ ਪ੍ਰਤਾਪ ਸਟੇਟ ਲਈ ਫਾਇਦੇਮੰਦ ਹੋ ਸਕਦੇ ਮੰਨਿਆ ਜਾਂਦਾ। ਦੂਜੀ ਗੱਲ ਇਹ ਵੀ ਕਿ ਤੁਸੀਂ ਉਹਨਾਂ ਨੂੰ ਕੋਈ ਹੋਰ ਅਹਿਮ ਮਹਿਕਮਾ ਦੇ ਸਕਦੇ ਹੋ, ਉਹਨਾਂ ਨੂੰ ਜੇਲ੍ਹਾਂ ਦੇ ਸਕਦੇ ਹੋ। ਚਲੋ ਇਹ ਵੀ ਛੱਡ ਦਿਓ, ਜੇਲ੍ਹਾਂ 'ਚ ਵੀ ਪੁਰਾਣੇ ਪੁਲਿਸ ਅਫਸਰ ਨੇ, ਕਿਸੇ ਨੂੰ ਵਾਰਾ ਨਹੀਂ ਖਾਊ। ਮੈਂ ਕਹਿੰਦਾ ਉਹਨਾਂ ਨੂੰ ਇੰਡਸਟਰੀ ਦਿਓ, ਉਹਨਾਂ ਨੂੰ ਤੁਸੀਂ ਕੋਈ ਐਸਾ ਮਹਿਕਮਾ ਦਿਓ ਜਿਹਦੀ ਪਬਲਿਕ ਡੀਲਿੰਗ ਆ, ਸਰਕਾਰ ਦੀ ਇਮੇਜ ਬਿਹਤਰ ਹੋ ਸਕਦੀ ਹੈ। ਪਰ ਜਦੋਂ ਵੀ ਗੱਲ ਤੁਰੂਗੀ ਨਾਲ ਦੂਜੀ ਗੱਲ ਸਮਾਨਾਂਤਰ ਤੁਰੂਗੀ। ਇਹ ਪੋਲਿਟਿਕਸ ਹੈ। ਹੁਣ ਤੁਸੀਂ ਗੱਲ ਅੱਗੇ ਤੋਰ ਦਿਓ। ਬਾਕੀ ਮੈਂ ਜਿਹੜੀ ਗੱਲ ਤੁਸੀਂ ਮੁਆਵਜ਼ੇ ਦੀ ਕੀਤੀ ਹੈ, ਮੁਆਵਜ਼ੇ ਦੇ ਵਿੱਚ ਦੇਖੋ ਇੱਕ ਚੰਗੀ ਰਾਹਤ ਹੈਗੀ ਹੈ ਜੋ ਮੈਨੂੰ ਲੱਗਦਾ ਕਿ ਮੈਂ ਇੱਕ ਹੋਣੀ ਚਾਹੀਦੀ ਹੈ, ਕਿਉਂਕਿ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ 2-3 ਵਾਰ ਕਹਿ ਚੁੱਕਿਆ ਕਿ ਸਰਕਾਰ ਬਾਰ-ਬਾਰ ਮੁਆਵਜ਼ਾ ਦੇਣ ਦੀ ਗੱਲ ਤਾਂ ਕਰ ਰਹੀ ਹੈ, ਪਰ ਨਿਯਮ ਉਹਦੇ ਵਿੱਚ ਬਹੁਤ ਵੱਡੀ ਅੜਚਨਾਂ ਨੇ। ਕਦੇ ਵੀ ਜਿਹੜੇ ਨਿਯਮ ਨੇ ਉਹ ਪੂਰੀ ਫਸਲ ਲਈ ਹੀ ਨੇ। 15,000 ਰੁਪਇਆ ਵੀ ਜਿਹੜਾ ਦਿੱਤਾ ਜਾਣਾ ਹੈ ਉਹ ਪੂਰੀ ਫਸਲ ਜਦੋਂ ਤਬਾਹ ਹੋ ਜਾਂਦੀ ਹੈ, ਪੱਕੀ ਹੋਈ ਫਸਲ, ਉਦੋਂ ਮਿਲਦਾ। ਤਾਂ ਅਸੀਂ ਜਦੋਂ ਹੁਣ ਗੱਲ ਕਰ ਰਹੇ ਹਾਂ ਵੀ ਉਹ ਮੰਗ ਰਹੇ ਨੇ 50,000 ਰੁਪਏ ਪਰ ਏਕੜ, ਕਿਉਂਕਿ ਉਹਨਾਂ ਦਾ ਸੀਜ਼ਨ ਹੀ ਤਬਾਹ ਹੋ ਗਿਆ, ਹੁਣ ਲੱਗ ਹੀ ਨਹੀਂ ਸਕਦੀ ਕੋਈ ਫਸਲ। ਸੋ ਉਹਨਾਂ ਲਈ ਮੁਆਵਜ਼ਾ ਜਿਹੜਾ ਹੈਗਾ ਉਹ 50,000 ਰੁਪਇਆ ਕਿਵੇਂ ਸਰਕਾਰ ਦਊਗੀ ਜਦੋਂ ਕਿ ਪੂਰੀ ਫਸਲ ਦਾ ਤਾਂ ਸਿਰਫ 15,000 ਹੈ। ਔਰ ਇੱਥੇ ਦਿੱਕਤ ਕੀ ਸੀਗੀ? ਇੱਥੇ ਦਿੱਕਤ ਸੀ ਵੀ ਇਹ ਤਾਂ ਪੈਡੀ ਦੀ ਸੋਇੰਗ ਹੀ ਹੋਈ ਹੈ, ਹਜੇ ਤਾਂ ਅੱਗੇ ਵੀ ਨਹੀਂ ਵਧੇ ਤੇ ਸੋਇੰਗ ਹੁੰਦੇ ਸਾਰੀ ਹੜ ਆ ਗਏ ਤੇ ਉਹ ਜਿਹੜੀ ਤਬਾਹ ਹੋ ਗਈ। ਕਿਉਂਕਿ ਮੈਕਸਿਮਮ ਖਰਚਾ ਜਿਹੜਾ ਪੈਡੀ ਦੇ ਵਿੱਚ ਉਹ ਬਿਲਕੁਲ ਸਟਾਰਟਿੰਗ ਤੇ ਹੀ ਹੁੰਦਾ ਹੈ, ਜਦੋਂ ਜ਼ਮੀਨ ਨੂੰ ਕਿਸਾਨ ਕੱਦੂ ਕਰਦੇ ਹੈ ਜਾਂ ਰੁਪਾਈ ਕਰਦੇ ਹੈ ਜਾਂ ਪਨੀਰੀ ਲੈ ਕੇ ਆਉਂਦੇ ਆ, ਉਹੀ ਖਰਚਾ ਹੈ। ਉਸ ਤੋਂ ਬਾਅਦ ਦਾ ਖਰਚਾ ਜਿਹੜਾ ਕੁੱਲ ਖਰਚਾ ਹੈ, ਮਤਲਬ ਇਨਪੁੱਟ ਹੈਗੀ ਹੈ ਜਿਹੜੀ ਪੈਡੀ ਦੇ ਉੱਤੇ, ਉਹਦਾ ਬਹੁਤ ਥੋੜਾ ਖਰਚਾ ਹੁੰਦਾ ਹੈ। ਮੇਨ ਖਰਚਾ ਉਹ ਇਸੇ ਤੇ ਹੀ ਹੋ ਜਾਂਦਾ ਹੈ। ਤੇ ਜਦੋਂ ਕੇਂਦਰੀ ਟੀਮ ਇੱਥੇ ਆਈ ਵੀ ਸੀ ਤਾਂ ਅਸੀਂ ਉਸ ਤੋਂ ਸਭ ਤੋਂ ਵੱਡਾ ਸਵਾਲ ਵੀ ਇਹੀ ਪੁੱਛਿਆ ਸੀਗਾ ਕਿ ਮੈਕਸਿਮਮ ਕਿਸਾਨਾਂ ਦੀ ਤਾਂ ਜਿਹੜੀ ਡਿਮਾਂਡ ਹੈ ਉਹ ਇਹ ਹੈ ਕਿ ਤੁਸੀਂ ਰੁਪਾਈ ਦਾ ਖਰਚਾ ਦਿਓ ਸਾਨੂੰ, ਤਾਂ ਹੁਣ ਤੁਸੀਂ ਦੋਗੇ ਕਿਵੇਂ? ਇਹ ਤਾਂ ਨਿਯਮ ਹੈ ਹੀ ਨਹੀਂ। ਉਹ ਕਹਿ ਰਹੇ ਸੀ ਕਿ ਹਾਂ ਬਿਲਕੁਲ ਠੀਕ ਹੈ, ਅਸੀਂ ਚਾਹੇ ਹਿਮਾਚਲ 'ਚ ਗਏ ਹਾਂ, ਜਿਹੜਾ ਲੋਅਰ ਹਿਮਾਚਲ ਹੈਗਾ ਉੱਥੇ ਵੀ ਜਿੱਥੇ ਪੈਡੀ ਲੱਗਦੀ ਹੈ ਉੱਥੇ ਵੀ ਇਹੀ ਸਮੱਸਿਆ ਹੈ, ਔਰ ਇੱਥੇ ਪੰਜਾਬ ਤਾਂ ਖੈਰ ਇਹ ਸਭ ਤੋਂ ਵੱਡੀ ਸਮੱਸਿਆ ਹੈ। ਅਸੀਂ ਆਪਣੀ ਰਿਪੋਰਟ ਪੋਜ਼ਿਟਿਵ ਦੇਵਾਂਗੇ। ਤਾਂ ਸੋ ਉਹਨਾਂ ਨੇ ਆਪਣੀ ਰਿਪੋਰਟ ਪੋਜ਼ਿਟਿਵ ਦਿੱਤੀ ਹੈ ਔਰ ਗਵਰਨਮੈਂਟ ਆਫ ਇੰਡੀਆ ਨੇ ਮੰਨ ਵੀ ਲਈ ਹੈ। ਇਸ ਕਰਕੇ ਚਲੋ ਜਿੰਨਾ ਉਹਨਾਂ ਦਾ ਖਰਚਾ ਕਿਸਾਨਾਂ ਦਾ ਆਇਆ 6800 ਰੁਪਏ ਪਰ ਏਕੜ, ਉਹ ਤਾਂ ਦਿੱਤਾ ਗਿਆ ਹੈ। ਹੁਣ ਸਟੇਟ ਉਹਦੇ ਵਿੱਚ ਕਿੰਨਾ ਹਿੱਸਾ ਪਾ ਕੇ
ਇਹਨੂੰ ਕੋਈ ਇਸ ਤਰ੍ਹਾਂ ਦੇ ਯੋਗ ਜਾਂ ਕਰ ਦੇਗੀ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਏ, ਇਹ ਹਜੇ ਦੇਖਣ ਵਾਲੀ ਗੱਲ ਹੈ। ਹਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋਇਆ। ਔਰ ਮੈਨੂੰ ਜਿਸ ਤਰ੍ਹਾਂ ਲੱਗਦਾ ਕਿ ਫਾਈਨੈਂਸ਼ੀਅਲ ਕੰਡੀਸ਼ਨ ਸਾਡੀ ਹੈਗੀ ਹੈ, ਸਰਕਾਰ ਇਸ ਤਰ੍ਹਾਂ ਦਾ ਕੋਈ ਲੈ ਵੀ ਨਹੀਂ ਸਕਦੀ, ਕਿਉਂਕਿ ਲਗਭਗ ਪੌਣੇ 3 ਲੱਖ ਜਿਹੜੀ ਏਕੜ ਜ਼ਮੀਨ ਹੈ ਉਸ ਦੇ ਉੱਤੇ ਫੈਸਲਾ ਲਿਆ ਜਾਣਾ ਹੈ। ਪੌਣੇ 3 ਲੱਖ ਦੇ ਉੱਤੇ ਮਤਲਬ ਜੇ 250-300 ਕਰੋੜ ਰੁਪਇਆ ਵੀ ਸਰਕਾਰ ਨੂੰ ਆਪਣੇ ਕੋਲੋਂ ਦੇਣਾ ਪਿਆ ਤੇ ਸਰਕਾਰ ਲਈ ਬਹੁਤ ਔਖਾ ਹੋ ਜਾਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।